ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤ ਘੇੜਲ ਜਬ ਸਰਤਾ ਡਾਰਿਓ, ਸਭਨ ਆਨੰਦ ਬਿਲੰਦੇ ਧਾਰਿਓ। ਵਿਜੈ ਸਦਾ ਗੁਰ ਕੀ ਅਰਮਰ, ਊਚ ਤੁਨੇ ਇਮ ਉਚਰਨ ਕਰੈ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਆਪਣਾ ਆਪ ਪ੍ਰਕਾਸ਼ ਕੀਤਾ ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦੇ ਸਮੇਤ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 6ਵੀਂ ਰਾਸ ਚੱਲ ਰਹੀ ਹੈ। ਕੱਲ ਦੇ ਪ੍ਰਕਰਨ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ। ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਿੱਖ ਸੂਰਮਿਆਂ ਦੇ ਨਾਲ ਵਿਚਰਦੇ ਹੋਏ ਬਿਆਸਾ ਨਦੀ ਦੇ ਕੰਢੇ ਸੁੰਦਰ ਰਮਣੀਕ ਜਗ੍ਹਾ ਦੇਖ ਕੇ ਡੇਰਾ ਲਾਇਆ। ਜਦੋਂ ਘੇਰੜ ਭਗਵਾਨ ਦਾਸ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਦਲ ਬਲ ਦੇ ਸਹਿਤ ਆਏ ਹਨ, ਸਾਡੀ ਜ਼ਮੀਨ 'ਚ ਡੇਰਾ ਲਗਾਇਆ, ਉਹ ਭੱਜਦਾ ਆਇਆ ਅਤੇ ਬੜਾ ਔਖਾ ਹੋ ਕੇ ਬੋਲਦਾ ਹੈ ਕਿ ਇਹ ਜ਼ਮੀਨ ਸਾਡੀ ਹੈ, ਕਿਤੋਂ ਪੁੱਛ ਕੇ ਤੁਸੀਂ ਬੈਠੇ ਹੋ। ਗੁਰੂ ਸਾਹਿਬ ਜੀ ਨੇ ਕਿਹਾ, ਸਗਲੀ ਧਰਤੀ ਸਾਧ ਕੀ, ਇਹ ਸਾਰੀ ਧਰਤੀ ਸੰਤਾਂ ਦੀ ਹੈ, ਸਾਰੀ ਧਰਤੀ ਸੰਤਾਂ ਦੇ ਵਿਚਰਨ ਲਈ ਬਣਾਈ ਹੈ। ਅਸੀਂ ਤਾਂ ਚੁਮਾਸਾ ਕੱਟ ਕੇ ਅੱਗੇ ਚਲੇ ਜਾਵਾਂਗੇ, ਜ਼ਮੀਨ ਤੇਰੀ ਹੈ, ਤੇਰੀ ਰਹੇਗੀ। ਪਰ ਉਹ ਬੜਾ ਔਖਾ ਹੋ ਕੇ ਬੋਲਣ ਲੱਗਿਆ, ਬੋਲ ਕਬੋਲ ਬੋਲਣ ਲੱਗਿਆ। ਜਿਵੇਂ ਗੁਰਬਾਣੀ ਵਿੱਚ ਪੰਕਤੀ ਹੈ, ਹਮਰੀ ਭੂਮ ਕੌਣ ਘਾਲੈ ਪੈਰ, ਕਿਹੜਾ ਜੰਮਿਆ ਜੋ ਮੇਰੀ ਜ਼ਮੀਨ 'ਚ ਪੈਰ ਵੀ ਰੱਖ ਸਕੇ। ਗੁਰੂ ਸਾਹਿਬ ਜੀ ਨੂੰ ਗਾਲ ਕੱਢਣ ਲੱਗਿਆ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ 5ਵੀਂ ਪਾਤਸ਼ਾਹੀ ਤੱਕ ਬਹੁਤ ਨਿੰਦਾ ਕਰਨ ਲੱਗਿਆ, ਬੋਲ ਕਬੋਲ ਬੋਲਣ ਲੱਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤਾਂ ਆਪਣੀ ਪਰਵਾਹ ਨਾ ਕੀਤੀ, ਪਰ ਵੱਡੇ ਗੁਰੂ ਸਾਹਿਬਾਨਾਂ ਦੀ ਨਿੰਦਾ ਸੁਣ ਕੇ ਬਰਦਾਸ਼ਤ ਨਾ ਕਰ ਸਕੇ। ਕਹਿਣ ਲੱਗਿਆ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ ਜੀ ਹੋਏ, ਉਹ ਕਿੱਥੇ ਹਨ? ਅਤੇ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਜੀ ਕੈਦ ਵਿੱਚ ਹੀ ਮਰ ਗਏ। ਇਸ ਤਰ੍ਹਾਂ ਬਹੁਤ ਘਟੀਆ ਲਫ਼ਜ਼ ਵਰਤੇ ਉਸਨੇ। ਗੁਰੂ ਸਾਹਿਬ ਜੀ ਸਹਾਰ ਨਾ ਸਕੇ। ਸਿੰਘਾਂ ਨੂੰ ਕਿਹਾ, ਭਾਈ ਇਸ ਨੂੰ ਫੜੋ ਔਰ ਇਸ ਨੂੰ ਸਜ਼ਾ ਦਿਓ, ਸਜ਼ਾ ਦੇ ਲਾਇਕ ਹੈ। ਇਹ ਮਹਿਖਾਸੁਰ ਹੈ। ਜਿਵੇਂ ਮਹਿਖਾਸੁਰ ਮਰਦਨ ਦੁਰਗਾ ਦੇਵੀ ਨੇ ਮਹਿਖਾਸੁਰ ਦਾ ਵਿਨਾਸ਼ ਕੀਤਾ ਸੀ,
ਇਹ ਬਿਆਸਾ ਨਦੀ ਜੋ ਦੁਰਗਾ ਦੇਵੀ ਦੇ ਸਮਾਨ ਹੈ, ਮਹਿਖਾਸੁਰ ਇਸ ਘੇਰੜ ਨੂੰ ਨਦੀ ਵਿੱਚ ਸਿੱਟੋ, ਪਹਿਲਾਂ ਇਹਦੇ ਜੁੱਤੀਆਂ ਦੀ ਮਾਰ ਕਰੋ। ਸਿੰਘ ਅੱਗੇ ਹੀ ਉਡੀਕ ਰਹੇ ਸਨ ਗੁਰੂ ਸਾਹਿਬ ਜੀ ਹੁਕਮ ਕਰਨ ਤਾਂ ਕਿ ਇਸ ਦੁਸ਼ਟ ਨੂੰ ਸਜ਼ਾ ਦੇਈਏ। ਸਿਰ ਤੇ ਜੁੱਤੀਆਂ ਦੀ ਮਾਰ ਪੈਣ ਲੱਗੀ, ਕਿਸੇ ਨੇ ਪੱਗ ਲਾ ਕੇ ਸਿੱਟ ਦਿੱਤੀ, ਸਿਰੋਂ ਨੰਗਾ ਹੋ ਗਿਆ, ਸਿਰ ਟਕਲਾ ਹੈ। ਟਕਲੇ ਸਿਰ ਉੱਪਰ ਜਦੋਂ ਜੁੱਤੀਆਂ ਵੱਜਦੀਆਂ ਹਨ ਮਾਨੋ ਤਬਲਾ ਵੱਜ ਰਿਹਾ ਹੈ। ਇਸ ਤਰ੍ਹਾਂ ਬਹੁਤ ਬੁਰਾ ਹਾਲ ਕੀਤਾ, ਫਿਰ ਵੀ ਉਹ ਗਾਲ ਕੱਢੀ ਜਾ ਰਿਹਾ ਹੈ, ਜੁੱਤੀਆਂ ਦੀ ਮਾਰ ਵੀ ਖਾ ਰਿਹਾ ਹੈ, ਫਿਰ ਵੀ ਗਾਲ ਕੱਢਣੋਂ ਨਹੀਂ ਹਟਦਾ, ਗਾਲ ਕੱਢੀ ਜਾ ਰਿਹਾ ਹੈ। ਮਾਰ ਮਾਰ ਜੁੱਤੀਆਂ ਦੇ ਉਸ ਨੂੰ ਬਿਆਸਾ ਨਦੀ ਵਿੱਚ ਸਿੱਟ ਦਿੱਤਾ। ਜਿਸ ਵੇਲੇ ਬਿਆਸਾ ਨਦੀ ਵਿੱਚ ਸਿੱਟਿਆ, ਉਸ ਤੋਂ ਅਗਲੀ ਕਥਾ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਹਨ। ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰਉ, ਗੁਰ ਪਾਰ ਬ੍ਰਹਮ ਸਦਾ ਨਮਸਕਾਰਉ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਇਤ ਘੇਰਣ ਜਬ ਸਰਤਾ ਡਾਰਿਓ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਇੱਧਰ ਘੇਰੜ ਭਗਵਾਨ ਦਾਸ ਨੂੰ ਸਿੰਘਾਂ ਨੇ ਜੁੱਤੀਆਂ ਮਾਰ ਮਾਰ ਕੇ ਜਦੋਂ ਬਿਆਸਾ ਦਰਿਆ ਵਿੱਚ ਸਿੱਟ ਦਿੱਤਾ। ਸਭ ਨੇ ਆਨੰਦ ਬਿਲੰਦ ਧਾਰਿਓ। ਸਾਰੇ ਸਿੱਖਾਂ ਨੇ ਬੜਾ ਭਾਰੀ ਆਨੰਦ ਧਾਰਿਆ। ਵਿਜੈ ਸਦਾ ਗੁਰ ਕੀ ਅਰ ਮਰੈ। ਉਹ ਦੁਸ਼ਮਨ ਜਿਹੜਾ ਘੇਰੜ ਭਗਵਾਨ ਦਾਸ ਮਰ ਗਿਆ, ਗੁਰੂ ਸਾਹਿਬ ਜੀ ਦੀ ਵਿਜੈ ਹੋਈ। ਉੱਚੇ ਤੁਨੀ ਮੇ ਉਚਰਨ ਕਰਾਂ। ਉੱਚੀ ਧੁਨ ਵਿੱਚ ਇਉਂ ਉਚਾਰਨ ਕਰਦੇ ਹਨ, ਗੁਰੂ ਸਾਹਿਬ ਜੀ ਦਾ ਜੈ ਜੈਕਾਰ ਕਰ ਰਹੇ ਹਨ। ਗੁਰ ਕੇ ਸ਼ਬਦ ਸਦਾ ਸਾਵਧਾਨ। ਔਰ ਸਾਰੇ ਹੀ ਗੁਰੂ ਸਾਵਧਾਨ ਹੋ ਕਰਕੇ ਗੁਰੂ ਸਾਹਿਬ ਜੀ ਦੇ ਜਸਦਾਇਕ ਸ਼ਬਦ ਨੂੰ ਉਚਾਰਨ ਕਰਦੇ ਹਨ। ਗੁਰ ਜੈਕਾਰਾ ਸ਼ਬਦ ਬਖਾਨੇ। ਗੁਰਾਂ ਦਾ ਜੈਕਾਰਾ ਦਾ ਸ਼ਬਦ ਸਾਰੇ ਉਚਾਰਨ ਕਰ ਰਹੇ ਹਨ। ਓਟ ਚੁਗੇਰ ਦੇਖੋ ਬੜ ਹੋਤ। ਔਰ ਕਿਲੇ ਦਾ ਚਾਰ ਚੁਫੇਰਿਓਂ ਉਹ ਕੰਧ ਖੜੀ ਹੋ ਗਈ। ਗਨ ਮਾਨਵ ਲਗ ਕੀਨੀ ਉਦੇਤ ਦੋਤ। ਬਹੁਤ ਸਾਰੇ ਮਨੁੱਖ ਮਜ਼ਦੂਰ ਕਾਰੀਗਰ ਲੱਗ ਕਰਕੇ ਉਸਾਰੀ ਸ਼ੁਰੂ ਕਰ ਦਿੱਤੀ। ਘੇਰਰ ਮਰਿਓ ਸਕਲ ਤਬ ਜਾਨਾ। ਜਦੋਂ ਘੇਰੜ ਮਰਿਆ ਸਾਰਿਆਂ ਨੇ ਜਾਣ ਲਿਆ, ਸਾਰਿਆਂ ਨੂੰ ਪਤਾ ਲੱਗ ਗਿਆ। ਭਾਇਓ ਤਰਾਸ ਗੁਰ ਤੇ ਸਭ ਥਾਨਾ। ਇੱਕ ਨੂੰ ਸਜ਼ਾ ਮਿਲੀ, ਸਾਰੇ ਹੀ ਭੈਭੀਤ ਹੋ ਗਏ, ਸਾਵਧਾਨ ਹੋ ਗਏ, ਸਾਰੇ ਡਰ ਮੰਨਣ ਲੱਗੇ। ਨਿੰਦਾ ਕੋ ਨ ਕਰਤ ਉਚਾਰਨ। ਹੁਣ ਕੋਈ ਵੀ ਗੁਰੂ ਸਾਹਿਬ ਜੀ ਦੀ ਨਿੰਦਾ ਨਹੀਂ ਕਰਦਾ। ਨਿੰਦਾ ਕਰਨ ਦਾ ਫਲ ਸਾਰਿਆਂ ਨੇ ਅੱਖੀਂ ਦੇਖ ਲਿਆ। ਘੇਰੜ ਨੇ ਗੁਰੂ ਸਾਹਿਬਾਨਾਂ ਦੀ ਨਿੰਦਾ ਕੀਤੀ, ਉਹਦਾ ਫਲ ਜੁੱਤੀਆਂ ਮਾਰ ਮਾਰ ਕੇ ਉਸ ਨੂੰ ਦਰਿਆ ਵਿੱਚ ਸਿੱਟਿਆ ਗਿਆ। ਸਾਰੇ ਲੋਕ ਭੈਭੀਤ ਹੋ ਗਏ ਆਸ-ਪਾਸ ਦੇ ਨਗਰਾਂ ਪਿੰਡਾਂ ਦੇ ਕਿ ਗੁਰੂ ਸਾਹਿਬ ਜੀ ਬੜੀ ਭਿਆਨਕ ਸਜ਼ਾ ਦਿੰਦੇ ਹਨ। ਡਰੇ ਗ੍ਰਾਮ ਗਨ ਕਰੇ ਨ ਮਾਰਨ। ਸਾਰੇ ਪਿੰਡ ਵਾਸੀ ਜਿਹੜੇ ਹਨ ਡਰਦੇ ਹਨ, ਕੋਈ ਨਿੰਦਾ ਨਹੀਂ ਕਰਦਾ। ਜ਼ਿਮੀਦਾਰ ਜੈ ਕਹਿ ਕੇ ਆਏ। ਜਿੱਥੋਂ ਕਿੱਥੋਂ ਦੇ ਜ਼ਿਮੀਦਾਰ ਚਲੇ ਆਉਂਦੇ ਹਨ। ਆਨਿਆ ਕੋਰਨ ਕੋ ਅਰ ਪਾਏ। ਲਿਆ ਕਰਕੇ ਭੇਟਾਵਾਂ ਅਰਪਣ ਕਰਦੇ ਹਨ ਗੁਰੂ ਚਰਨਾਂ ਵਿੱਚ। ਦਦ ਅਰ ਦੁਗਦ ਕਿਤਕ ਕੇ ਆਵੈ। ਕਿਤਨੇ ਹੀ ਕੋਈ ਦੁੱਧ ਲੈ ਕੇ ਆ ਰਿਹਾ, ਕੋਈ ਦਹੀਂ ਲੈ ਕੇ ਆ ਰਿਹਾ ਹੈ। ਘਰ ਆ ਗਏ ਸਭ ਸੀਸ
ਨਿਵਾਵੈ। ਗੁਰੂ ਚਰਨਾਂ ਵਿੱਚ ਦੁੱਧ ਦਹੀਂ ਮਿਸ਼ਟਾਨ ਰੱਖ ਕਰਕੇ ਸੀਸ ਨਿਵਾ ਕੇ ਮੱਥਾ ਟੇਕਦੇ ਹਨ। ਪੀਰੀ ਮੇਰੀ ਤੇਗ ਸੁਤਾਰੀ। ਗੁਰੂ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਹੋਈਆਂ ਹਨ। ਵਿਦਤ ਪਈ ਅਬ ਜਗਤ ਮਝਾਰੀ। ਇਹ ਗੱਲ ਸਾਰੇ ਜਗਤ ਵਿੱਚ ਫੈਲ ਗਈ। ਸਾਰਿਆਂ ਨੂੰ ਪਤਾ ਲੱਗ ਗਿਆ ਕਿ ਮੀਰੀ ਪੀਰੀ ਦੀਆਂ 2 ਤਲਵਾਰਾਂ ਪੈਂਦੀਆਂ ਹੋਈਆਂ ਹਨ। ਜੋ ਜੋ ਦੁਸ਼ਟ ਬੇਅਦਬੀ ਕਰੈ। ਜੋ ਦੁਸ਼ਟ ਵੀ ਗੁਰੂ ਸਾਹਿਬ ਜੀ ਦੀ ਬੇਅਦਬੀ ਨਿਰਾਦਰੀ ਕਰੇਗਾ, ਸੋ ਸੋ ਤਤ ਛਿਨ ਫਲ ਦੁਖ ਭਰੈ। ਉਹ ਤਦਛਿਨ ਹੀ ਉਹ ਨਿੰਦਕ ਜਿਹੜਾ ਹੈ, ਗੁਰੂ ਦਰੋਹੀ ਗੁਰੂ ਨਿੰਦਕ ਘੇਰੜ ਵਾਂਗ ਫਲ ਪਾਵੇਗਾ। ਵਧਿਓ ਤੇਜ ਸਭ ਬਿਕ ਵਿਸਾਲ ਬਿਖ ਵਿਸਾਲਾ। ਸਾਰਿਆਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਵੱਧ ਗਿਆ। ਬਸੇ ਨ ਮੰਤਰਾ ਦੰਡ ਕਰਾਲਾ। ਔਰ ਨਿਮਰਤਾ ਸਹਿਤ ਸਾਰੇ ਬਸਦੇ ਹਨ। ਬਹੁਤ ਕਰਾਲਾ ਭਿਆਨਕ ਦੰਡ ਦਿੰਦੇ ਹਨ ਗੁਰੂ ਸਾਹਿਬ ਜੀ। ਇਹ ਜਾਣ ਕਰਕੇ ਸਾਰੇ ਨਿਮਰਤਾ ਧਾਰ ਕਰਕੇ ਰਹਿੰਦੇ ਹਨ। ਇਮਦਦ ਮਥਿਆ ਤੇ ਇਤੇ ਉਤੇ ਥਾ ਬਲ ਤੇ। ਔਰ ਜਿਵੇਂ ਦਹੀਂ ਨੂੰ ਮੱਥੀ ਦਾ ਹੈ ਬਲ ਪੂਰਵਕ, ਜਦੋਂ ਮਧਾਣੀ ਵਿੱਚ ਪਾ ਕਰਕੇ ਦਹੀਂ ਨੂੰ ਮੱਥਿਆ ਜਾਂਦਾ ਹੈ ਬਲ ਪੂਰਵਕ, ਤਬ ਸੁੰਦਰ ਨਵਨੀਤ ਨਿਕਲਤੇ। ਤਦੋਂ ਸੁੰਦਰ ਮੱਖਣ ਨਿਕਲਦਾ ਹੈ। ਜਿਮ ਬਲ ਤੇ ਤਰ ਲਾਟ ਦਬਾਵੈ। ਜਿਵੇਂ ਬਲ ਪੂਰਵਕ ਲੱਠ ਨੂੰ ਹੇਠਾਂ ਦਬਾਈਦਾ ਹੈ। ਕੋਲੋ ਓਕ ਸੁਰਸ ਨਿਕਸਾਵੈ। ਕੋਲੂ ਵਿੱਚੋਂ ਗੰਨੇ ਦਾ ਰਸ ਛੇਤੀ ਨਿਕਲ ਆਉਂਦਾ ਹੈ। ਤਥਾ ਜਗਤ ਕੀ ਰੀਤ ਸੁਲਾਗੇ। ਇਸੇ ਤਰ੍ਹਾਂ ਜਗਤ ਦੀ ਰੀਤ ਲੱਗ ਰਹੀ ਹੈ। ਕਹਿ ਦੰਡ ਕਰ ਨਮਰ ਆਗੇ। ਔਰ ਦੰਡ ਨੂੰ ਸਜ਼ਾ ਨੂੰ ਦੇਖ ਸੁਣ ਕਰਕੇ ਸਾਰੇ ਗੁਰੂ ਸਾਹਿਬ ਜੀ ਦੇ ਅੱਗੇ ਨਿਭਦੇ ਹਨ। ਰਹਿ ਪੀਰ ਸਤਿਗੁਰ ਕੇ ਤੀਰ। ਸਤਿਗੁਰਾਂ ਦੀ ਹਜ਼ੂਰੀ ਵਿੱਚ ਸਿੱਖ ਸੰਗਤਾਂ ਦੀ ਬਹੁਤੀ ਭੀੜ ਇਕੱਠੀ ਰਹਿੰਦੀ ਹੈ। ਪਰਜਾ ਲੋਕ ਗਨ ਬੰਕ ਵੀਰ। ਬਾਂਕੇ ਵੀਰ ਪਰਜਾ ਦੇ ਲੋਕ ਸਾਰੇ ਹੀ ਆਉਂਦੇ ਹਨ। ਵਰਿੰਦ ਮਜੂਰ ਲਗੇ ਹਿਤਕਾਰ। ਔਰ ਕਾਰ ਸੇਵਾ ਵਾਸਤੇ ਬਹੁਤ ਸਾਰੇ ਮਜ਼ਦੂਰ ਆ ਕਰਕੇ ਲੱਗੇ ਹਨ, ਸੇਵਾ ਕਰ ਰਹੇ ਹਨ। ਕਰਤ ਕਰਾਵਤ ਵਿਵਿਧ ਪ੍ਰਕਾਰ। ਵਿਵਿਧ ਪ੍ਰਕਾਰ ਨਾਨਾ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਜੀ ਮਜ਼ਦੂਰਾਂ ਕਾਰੀਗਰਾਂ ਪਾਸੋਂ ਕੰਮ ਕਰਾ ਰਹੇ ਹਨ। ਬਨਤ ਕੋਟ ਚੌਗਿਰਦਾਪੁਰ ਕੋ। ਨਗਰ ਦੇ ਚੌਗਿਰਦੇ ਕੋਟ ਔਰ ਵੱਡਾ ਵਿਸ਼ਾਲ ਕੋਟ ਤਿਆਰ ਹੋ ਰਿਹਾ ਹੈ। ਨਰਗਨ ਕਹੈ ਨਾਮ ਹੈ ਗੁਰ ਕੋ। ਮਨੁੱਖ ਸਾਰੇ ਕਹਿੰਦੇ ਹਨ ਇਸ ਕਿਲੇ ਦਾ ਨਾਮ ਗੁਰੂ ਸਾਹਿਬ ਜੀ ਦੇ ਨਾਮ ਤੇ ਹੋਵੇਗਾ। ਕਰਤ ਸਿਗਰਤਾ ਕਿਤਕ ਉਸਾਰਾ। ਔਰ ਸਿਗਰਤਾ ਧਾਰ ਕੇ ਛੇਤੀ ਛੇਤੀ ਸਾਰੇ ਨਗਰ ਦੀ ਉਸਾਰੀ ਕਰਨ ਲੱਗੇ। ਪਹੁੰਚਤ ਬ੍ਰਿੰਦ ਈਟ ਅਰ ਕਗਾਰਾ। ਔਰ ਇੱਟਾਂ ਗਾਰਾ ਚੂਨਾ ਆਦਿਕ ਸਭ ਇਕੱਠਾ ਕਰਕੇ ਦੋਏ ਸਮੈ ਫਿਰ ਕਰ ਗੁਰ ਹੇਰਤ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੋਵੇਂ ਵੇਲੇ ਫਿਰ ਕਰਕੇ ਕੰਮਕਾਰ ਦੇਖਦੇ ਹਨ। ਕੀਜੈ ਤਿਆਰ ਸਿਗਰ ਕਹਿ ਪ੍ਰੇਰਤ। ਪ੍ਰੇਰਨਾ ਦੇ ਕੇ ਕਹਿੰਦੇ ਹਨ ਕਿ ਛੇਤੀ ਤੋਂ ਛੇਤੀ ਤਿਆਰ ਕਰੋ। ਉਤ ਘੇਰਰ ਕੇ ਸੁਨੋ ਕਹਾਣੀ। ਕਵੀ ਜੀ ਕਹਿੰਦੇ ਹਨ ਉਧਰ ਘੇਰੜ ਭਗਵਾਨ ਦਾਸ ਦੀ ਕਹਾਣੀ ਸੁਣੋ। ਰਤਨ ਚੰਦ ਤੇ ਸੁਤ ਜਿਮ ਠਾਨੀ। ਉਹ ਘੇਰੜ ਭਗਵਾਨ ਦਾਸ ਦਾ ਪੁੱਤਰ ਜਿਹਦਾ ਨਾਮ ਰਤਨ ਚੰਦ ਸੀ। ਸਭ ਕੁਟਾਮ ਮਿਲ ਬਰੁਦ ਰੁਦ ਨਾਏ। ਔਰ ਪਰਿਵਾਰਾਂ ਦੇ ਨਾਲ ਮਿਲ ਕੇ ਬਹੁਤ ਰੋਦਨ ਬਿਰਲਾਪ ਕੀਤਾ। ਦੇ ਧੀਰਜ ਤੇ ਬਾਕ ਅਲਾਏ। ਸਾਰੇ ਰਿਸ਼ਤੇਦਾਰ ਉਸ ਨੂੰ ਦਿਲਾਸਾ ਦੇ ਕਰਕੇ ਚੁੱਪ ਕਰਾਉਂਦੇ ਹਨ। ਮੈਂ ਪਿਤ ਕੋ ਪਲਟਾਇਆ ਵਲਾ। ਰਤਨ ਚੰਦ ਆਖਦਾ ਮੈਂ ਆਪਣੇ ਪਿਤਾ ਦਾ ਬਦਲਾ ਜ਼ਰੂਰ ਲਵਾਂਗਾ। ਨਾਹੇ ਤਨੀਰ ਡੂਬ ਮਰ ਜਾਉ। ਨਹੀਂ ਤਾਂ ਨਦੀ ਦੇ ਜਲ ਵਿੱਚ ਡੁੱਬ ਕੇ ਮਰ ਜਾਵਾਂਗਾ। ਜੈ ਗੁਰ ਕੀ ਮਿਲੋਤ ਰੁਲਾਓ। ਜਾਂ ਗੁਰੂ ਸਾਹਿਬ ਜੀ ਦੀ ਲੋਥ ਇਸੇ ਤਰ੍ਹਾਂ ਰੁਲਾਵਾਂਗਾ ਜਿਵੇਂ ਮੇਰੇ ਪਿਤਾ ਦੀ ਲੋਥ ਰੁਲਾਈ ਹੈ ਇਹਨਾਂ ਨੇ। ਕਹਿ ਜੰਜੀਰ ਪਾਏ ਗਿਰ ਬੈਹੋਂ।
ਜਾਂ ਹੱਥਾਂ ਪੈਰਾਂ ਵਿੱਚ ਜੰਜੀਰ ਪਾ ਕੇ ਨਦੀ ਵਿੱਚ ਸਿਟਵਾਵਾਂਗਾ। ਜਿਮ ਮਮ ਪਿਤਾ ਨਦੀ ਮੈਂ ਡਾਰਾ, ਜਿਵੇਂ ਇਹਨਾਂ ਨੇ ਮੇਰੇ ਪਿਤਾ ਨੂੰ ਮਾਰ ਕੇ ਨਦੀ ਵਿੱਚ ਸਿੱਟਿਆ ਹੈ, ਤਿਮ ਗੁਰ ਕੀ ਗਤ ਹੋਇ ਇਸ ਬਾਰਾ। ਔਰ ਇਸ ਸਮੇਂ ਇਸੇ ਤਰ੍ਹਾਂ ਮੇਰੇ ਪਿਤਾ ਵਾਂਗ ਗੁਰੂ ਸਾਹਿਬ ਜੀ ਦਾ ਵੀ ਹਾਲ ਕਰਾਂਗਾ। ਨਗਰ ਜਲੰਧਰ ਸੂਵਾ ਭਾਰਾ, ਜਲੰਧਰ ਨਗਰ ਦਾ ਭਾਰਾ ਸੂਬਾ ਜਿਹੜਾ ਹੈ ਅਬਦੁਲ ਖਾਨ, ਤੇ ਸੰਗ ਮੇਰੋ ਹੈ ਬਹੁ ਪਿਆਰਾ। ਉਸ ਅਬਦੁਲ ਖਾਨ ਸੂਬੇ ਜਲੰਧਰ ਦੇ ਸੂਬੇ ਦੇ ਨਾਲ ਮੇਰਾ ਬਹੁਤਾ ਪਿਆਰ ਹੈ। ਅਪਰ ਬਾਤ ਆਛੀ ਇਕ ਹੈ, ਹੋਰ ਇੱਕ ਚੰਗੀ ਗੱਲ ਇਹ ਵੀ ਹੈ, ਚੰਦੂ ਕੋ ਨੰਦਨ ਤਰਹਿ। ਚੰਦੂ ਦਾ ਪੁੱਤਰ ਵੀ ਉੱਥੇ ਹੀ ਰਹਿੰਦਾ ਹੈ, ਕਰਮਚੰਦ। ਜਿਸ ਕੋ ਭੀ ਪਿਤ ਗੁਰ ਨੇ ਮਾਰਾ, ਉਸ ਕਰਮਚੰਦ ਦੇ ਪਿਤਾ ਚੰਦੂ ਨੂੰ ਵੀ ਗੁਰੂ ਸਾਹਿਬ ਜੀ ਨੇ ਮਾਰਿਆ। ਗਹਿ ਰਾਖਿਓ ਚਿਰ ਕਾਲ ਚੰਡਾਰਾ। ਚਿਰੰਕਾਲ ਤੱਕ, ਕਾਫੀ ਸਮੇਂ ਤੱਕ ਚੰਡਾਲਾਂ ਦੇ ਵਿੱਚ ਇਸ ਦੇ ਪਿਤਾ ਨੂੰ ਰੱਖਿਆ। ਦੋਨੋਂ ਮਿਲੇ ਹਮ ਮਸਲਤ ਕਰਾਂ, ਅਸੀਂ ਦੋਨੇ ਹੀ ਰਤਨ ਚੰਦ ਤੇ ਕਰਮਚੰਦ, ਇੱਕ ਹਿਰੜ ਦਾ ਪੁੱਤਰ ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮਚੰਦ, ਅਸੀਂ ਦੋਵੇਂ ਹੀ ਮਿਲ ਕੇ ਸਲਾਹ ਕਰਾਂਗੇ। ਕਿਉਂ ਕਿਉਂ ਕਰ ਗੁਰ ਘਰ ਕਰ ਧਰਾਂ, ਔਰ ਜਿਵੇਂ ਕਿਵੇਂ ਕਰਕੇ ਗੁਰੂ ਸਾਹਿਬ ਜੀ ਨੂੰ ਫੜ ਲਿਆਵਾਂਗੇ। ਰਹੋ ਦੂਰ ਸਭ ਨਿਕਟ ਨ ਜਾਵੋ, ਔਰ ਸਾਰੇ ਦੂਰ ਦੂਰ ਰਹੋ, ਨੇੜੇ ਨਾ ਜਾਇਓ। ਕਹੇ ਸੁਨੇ ਨ ਕਿਸ ਪਤ ਆਵੋ, ਕਿਸੇ ਦੇ ਕਹੇ ਸੁਣੇ ਤੇ ਯਕੀਨ ਨਹੀਂ ਕਰਨਾ। ਇਮ ਕਹਿ ਨਰ ਗਨ ਸੰਗੀ ਕੀਨੇ, ਰਤਨ ਚੰਦ ਨੇ ਇਉਂ ਲੋਕਾਂ ਨੂੰ, ਰਿਸ਼ਤੇਦਾਰਾਂ ਨੂੰ ਸਮਝਾ ਕੇ ਆਪਣੇ ਨਾਲ ਕੀਤਾ। ਚਲਿਓ ਪੰਥ ਮੈਂ ਬਿਲਮ ਬਹੀਨੇ, ਬਿਨਾਂ ਦੇਰੀ ਤੋਂ ਜਲੰਧਰ ਦੇ ਸੂਬੇ ਅਬਦੁਲ ਖਾਨ ਦੇ ਪਾਸ ਚੱਲਿਆ। ਮਹਾ ਦੁਖਤ ਪਿਤ ਸਿਮਰਤ ਗਇਓ, ਆਪਣੇ ਪਿਤਾ ਦੀ ਮੌਤ ਦੀ ਦੁਖਦਾਈ ਘਟਨਾ ਨੂੰ ਚੇਤੇ ਕਰਦਾ ਹੋਇਆ ਜਾ ਰਿਹਾ ਹੈ। ਜਾਏ ਪ੍ਰਵੇਸ਼ ਜਲੰਧਰ ਭਇਓ, ਚਲਦਾ ਚਲਦਾ ਜਲੰਧਰ ਨਗਰ ਵਿਖੇ ਜਾ ਪ੍ਰਵੇਸ਼ ਹੋਇਆ। ਕਰਮ ਚੰਦ ਚੰਦੂ ਕੋ ਨੰਦਨ, ਉੱਥੇ ਚੰਦੂ ਦਾ ਪੁੱਤਰ ਕਰਮਚੰਦ ਰਹਿੰਦਾ ਸੀ। ਇਸ ਕੋ ਮਿਲਿਓ ਪ੍ਰਥਮ ਕਰ ਬੰਦਨ, ਪਹਿਲਾਂ ਨਮਸਕਾਰ ਕਰਕੇ ਉਸ ਕਰਮਚੰਦ ਨੂੰ, ਆਪਣੇ ਮਿੱਤਰ ਨੂੰ ਮਿਲਿਆ। ਬੈਠ ਸਮੀਪ ਰਿਦਨ ਕੋ ਠਾਨਾ, ਕਰਮਚੰਦ ਦੇ ਪਾਸ ਬੈਠ ਕਰਕੇ ਹਿਰੜ ਦਾ ਪੁੱਤਰ ਰਤਨ ਚੰਦ ਬਹੁਤ ਬਿਰਲਾਪ ਕਰਨ ਲੱਗਿਆ। ਬੁਝਿਓ ਤਿਨੋ ਪ੍ਰਸੰਗ ਬਖਾਨਾ, ਔਰ ਕਰਮਚੰਦ ਨੇ ਜਦੋਂ ਸਾਰਾ ਪ੍ਰਸੰਗ ਪੁੱਛਿਆ, ਇਸਨੇ ਸੁਣਾਉਣਾ ਕੀਤਾ। ਸੁਨੋ ਭਰਾਤ ਜਿਵੇਂ ਤੁਝ ਸੰਗ ਕੀਨਾ, ਹੇ ਭਰਾ, ਜਿਵੇਂ ਤੇਰੇ ਨਾਲ ਗੁਰੂ ਸਾਹਿਬ ਜੀ ਨੇ ਕੀਤਾ, ਤਿਮ ਗੁਰ ਨੇ ਮੁਝ ਕੋ ਦੁਖ ਦੀਨਾ। ਹਿਰੜ ਦਾ ਪੁੱਤਰ ਆਖਦਾ ਹੈ, ਜਿਵੇਂ ਤੇਰੇ ਪਿਤਾ ਨੂੰ ਮਾਰਿਆ ਗੁਰੂ ਸਾਹਿਬ ਜੀ ਨੇ, ਇਸੇ ਤਰ੍ਹਾਂ ਮੈਨੂੰ ਵੀ ਮੇਰੇ ਪਿਤਾ ਨੂੰ ਮਾਰ ਕੇ ਬਹੁਤ ਦੁੱਖ ਦਿੱਤਾ। ਪਿਤਾ ਮੋਹਿ ਸੁਦਾ ਚਿਤ ਸਾਧੂ, ਮੇਰਾ ਪਿਤਾ ਸਾਧੂ ਸੁਭਾਅ ਵਾਲਾ ਸੀ, ਬੜਾ ਹੀ ਸਿੱਧਾ ਸਾਦਾ ਸੀ। ਨਹੀਂ ਕਰਿਓ ਤਿਸ ਕੋ ਅਪਰਾਧੋ, ਔਰ ਗੁਰੂ ਸਾਹਿਬ ਦਾ ਕੋਈ ਅਪਰਾਧ ਨਹੀਂ ਕੀਤਾ ਸੀ ਮੇਰੇ ਪਿਤਾ ਨੇ। ਗਹਿਲੀ ਸਨ ਅਵਗਤ ਕਰ ਮਾਰਾ, ਫੜ ਕਰਕੇ ਅਵਗੱਤਾ ਮਾਰ ਕੇ ਨਦੀ ਵਿੱਚ ਸਿੱਟ ਦਿੱਤਾ, ਦੁਰਗਤੀ ਕੀਤੀ, ਅਵਗੱਤਾ ਮਾਰਿਆ। ਖੈਚ ਵਿਪਾਸਾ ਸਰਤਾ ਡਾਰਾ, ਖਿੱਚ ਕਰਕੇ ਬਿਆਸਾ ਦਰਿਆ ਵਿੱਚ ਸਿੱਟ ਦਿੱਤਾ। ਕਰ ਮੈਂ ਤਰਾਸ ਵਿਸਾਲ ਪਲਾਇਓ, ਔਰ ਬਹੁਤ ਡਰ ਧਾਰ ਕਰਕੇ ਮੈਂ ਉੱਥੋਂ ਭੱਜ ਗਿਆ। ਜਦੋਂ ਮੇਰੇ ਪਿਤਾ ਨੂੰ ਜੁੱਤੀਆਂ ਮਾਰ ਰਹੇ ਸਨ ਸਿਰ ਤੇ, ਫਿਰ ਖਿੱਚ ਕੇ ਦਰਿਆ ਵਿੱਚ ਸਿੱਟਿਆ। ਮੈਂ ਸਭ ਕੁਝ ਦੇਖਦਾ ਰਿਹਾ, ਸੁਣਦਾ ਰਿਹਾ। ਡਰਦਾ ਮਾਰਾ ਮੈਂ ਉੱਥੋਂ ਭੱਜ ਆਇਆ। ਤਕਿਓ ਤਹਾਂ ਤੇ ਤੁਮ ਡਿਗ ਆਇਓ, ਔਰ ਤੇਰਾ ਆਸਰਾ ਤੱਕ ਕੇ ਉੱਥੋਂ ਮੈਂ ਸਿੱਧੇ ਚੱਲ ਕੇ ਤੇਰੇ ਕੋਲ ਆਇਆ ਹਾਂ। ਹਮ ਦੋਨੋਂ ਕੇ ਪਿਤ ਕੋ ਮਾਰਾ, ਸਾਡੇ ਦੋਹਾਂ ਦੇ ਪਿਤਾ ਨੂੰ ਮਾਰਿਆ ਹੈ ਗੁਰੂ ਸਾਹਿਬ ਜੀ ਨੇ। ਨੈ ਪਲਟਾ ਹਮ ਲੀਨ ਸੰਭਾਰਾ, ਜੇ ਅਸੀਂ ਚੇਤੇ ਕਰਕੇ ਗੁਰੂ ਸਾਹਿਬ ਜੀ ਤੋਂ ਅਸਾਂ ਨੇ ਬਦਲਾ ਨਾ ਲਿਆ, ਟਿਕ ਟਿਕ ਜਗਤ ਕਹੈ ਹਮੀ ਕੋ,
ਸਾਰੇ ਜਗਤ ਵਿੱਚ ਸਾਨੂੰ ਤਰਕਾਰ ਤਰਕਾਰ ਕਹਿਣਗੇ। ਖਾਨ ਪਾਨ ਹਮਰੋ ਨੈਣੀ ਕੋ, ਖਾਣਾ ਪੀਣਾ ਸਾਨੂੰ ਕੋਈ ਰੁਚੀਕਰ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ। ਪਿਤ ਕੋ ਮਾਰ ਨਿਹਾਰੇ ਉਦਾਰਾ, ਔਰ ਗੁਰੂ ਸਾਹਿਬ ਜੀ ਨੇ ਮੇਰੇ ਪਿਤਾ ਨੂੰ ਮਾਰ ਕੇ ਸਿੱਟਿਆ। ਜਬ ਲੋ ਛਲ ਬਲ ਕਰਨੇ ਮਾਰਾ, ਪਿਤਾ ਨੂੰ ਮਾਰਨ ਵਾਲੇ ਨੂੰ ਗੁਰੂ ਸਾਹਿਬ ਜੀ ਨੂੰ ਜਿੰਨਾ ਚਿਰ ਮੈਂ ਨਹੀਂ ਮਾਰਦਾ, ਬਦਲਾ ਨਹੀਂ ਲੈਂਦਾ। ਜਹਾਂਗੀਰ ਤੋ ਰਖੇ ਅਦਾਇਬ, ਔਰ ਛਲ ਬਰ ਕਰਕੇ ਉਸ ਨੂੰ ਜਿੰਨਾ ਚਿਰ ਨਹੀਂ ਮਾਰਦੇ ਸ਼ਾਂਤੀ ਨਹੀਂ ਆਵੇਗੀ। ਜਹਾਂਗੀਰ ਜਿਹੜਾ ਸੀ ਉਹ ਤਾਂ ਬਹੁਤ ਅਦਬ ਸਤਿਕਾਰ ਕਰਦਾ ਸੀ ਗੁਰੂ ਸਾਹਿਬ ਜੀ ਦਾ। ਜਹਾਂਗੀਰ ਬਾਦਸ਼ਾਹ ਬਹੁਤ ਮੇਲ ਰੱਖਦਾ ਸੀ, ਔਰ ਜਦੋਂ ਕਦੋਂ ਉਹਦੀ ਇੱਛਾ ਹੁੰਦੀ ਸੀ ਵਜ਼ੀਰ ਖਾਨ ਨੂੰ ਭੇਜ ਕਰਕੇ ਗੁਰੂ ਸਾਹਿਬ ਜੀ ਨੂੰ ਸਦਵਾਉਂਦਾ ਸੀ। ਰਲ ਕੇ ਸ਼ਿਕਾਰ ਖੇਡਦੇ ਸਨ, ਬਹੁਤ ਅਦਬ ਸਤਿਕਾਰ ਕਰਦਾ ਸੀ ਜਹਾਂਗੀਰ ਬਾਦਸ਼ਾਹ। ਹਾਥ ਜੋਰ ਭਾਕਤ ਗੁਰੂ ਸਾਹਿਬ, ਹੱਥ ਜੋੜ ਕਰਕੇ ਗੁਰੂ ਸਾਹਿਬ ਜੀ ਆਖਦਾ ਸੀ। ਔਰ ਉਸ ਨੂੰ ਜਦੋਂ ਯਕੀਨ ਹੋ ਗਿਆ ਤਾਂ ਉਹ ਵੀ ਸੱਚਾ ਪਾਤਸ਼ਾਹ ਆਖਣ ਲੱਗਿਆ, ਸੋ ਤੋ ਮਰਿਓ ਰਹਿਓ ਨ ਅਵੈ, ਉਹ ਤਾਂ ਜਹਾਂਗੀਰ ਮਰ ਗਿਆ, ਹੁਣ ਰਿਹਾ ਨਹੀਂ। ਸ਼ਾਹਜਹਾਂ ਸੋ ਮਿਲਤ ਨਾ ਕਵੈ, ਔਰ ਸ਼ਾਹਜਹਾਂ ਦੇ ਨਾਲ ਇਹ ਕਦੇ ਮਿਲੇ ਨਹੀਂ ਹਨ। ਜੁਤੀ ਉਮਰਾਬ ਸੋ ਲਸਕਰ ਮਾਰਾ, ਦੂਜਾ ਹੈ ਕਿ ਬਹੁਤ ਸਾਰੇ ਤੁਰਕ ਸੈਨਾ ਨੂੰ ਮਾਰਿਆ ਇਹਨਾਂ ਨੇ। ਛੀਨ ਬਾਜੇ ਤੇ ਭਾਜ ਸੰਭਾਰਾ, ਇੱਕ ਬਾਜ ਦੀ ਖਾਤਰ ਜੰਗ ਹੋਇਆ। 7000 ਮੁਗਲ ਸੈਨਾ ਚੜ ਕੇ ਆਈ ਸੀ। ਮੁਗਲਸ ਖਾਨ ਸੈਨਾਪਤੀ 7000 ਤੁਰਕ ਸੈਨਾ ਲੈ ਕੇ ਆਇਆ ਸੀ। ਇੱਕ ਬਾਜ ਦੀ ਖਾਤਰ ਪਹਿਲਾ ਜੰਗ ਹੋਇਆ। ਸੋ ਸਤਰੂ ਇਹ ਮਹਿਦ ਮਾਨਾ, ਉਹ ਬਹੁਤ ਵੱਡੇ ਸ਼ਤਰੂ ਹਨ ਸਾਡੇ। ਉਦਮ ਧਰੋ ਕਰਹਿ ਗੁਰਹਾਨਾ, ਉਦਮ ਕਰੋ ਜਿਵੇਂ ਗੁਰੂ ਸਾਹਿਬ ਜੀ ਦਾ ਹਾਨ ਕਰੀਏ, ਵਿਨਾਸ਼ ਕਰੀਏ। ਕਰਮ ਚੰਦ ਬੋਲਿਓ ਕਿਸ ਰੀਤ, ਇਹ ਸੁਣ ਕਰਕੇ ਰਤਨ ਚੰਦ ਪਾਸੋਂ ਚੰਦੂ ਦਾ ਪੁੱਤਰ ਕਰਮ ਚੰਦ ਇਉਂ ਪੁੱਛਣ ਲੱਗਿਆ, ਕਹਿਣ ਲੱਗਿਆ, ਕਿਸ ਰੀਤੀ ਦੇ ਨਾਲ ਗੁਰੂ ਸਾਹਿਬ ਜੀ ਨੂੰ ਮਾਰਾਂਗੇ? ਗਹਿ ਕੇ ਮਾਰੇ ਗੁਰ ਕੋ ਜੀਤ, ਜਾਂ ਫੜਾਂਗੇ ਜਾਂ ਮਾਰਾਂਗੇ ਜਾਂ ਗੁਰੂ ਸਾਹਿਬ ਜੀ ਨੂੰ ਜਿੱਤਾਂਗੇ, ਕਿਸ ਰੀਤੀ ਦੇ ਨਾਲ? ਦਲ ਜੇ ਸੰਗ ਆਪ ਵੱਡ ਜੋਦਾ, ਜਿਨ੍ਹਾਂ ਦੇ ਨਾਲ ਬਹੁਤ ਵੱਡਾ ਭਾਰਾ ਦਲ ਹੈ, ਉਹ ਆਪ ਵੱਡੇ ਯੋਧੇ ਹਨ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ। ਜਾਨਿਓ ਸਾਹੋ ਜਹਾਂ ਤਜ ਕ੍ਰੋਧਾ, ਔਰ ਸ਼ਾਹਜਹਾਂ ਨੇ ਛੱਡ ਦਿੱਤਾ, ਕ੍ਰੋਧ ਤਿਆਗ ਕਰਕੇ ਸ਼ਾਂਤ ਰਿਹਾ। ਕਿਸ ਮਸਲਤ ਕਰ ਬਲ ਤੇ ਕਾਲ ਹੈ, ਔਰ ਇਉਂ ਸਲਾਹ ਕਰਕੇ ਰਤਨ ਚੰਦ ਤੇ ਕਰਮ ਚੰਦ ਦੋਨਾਂ ਨੇ ਸਲਾਹ ਪੱਕੀ ਕੀਤੀ। ਗੁਰੂ ਸਾਹਿਬ ਜੀ ਨੂੰ ਫੜਨ ਜਾਂ ਮਾਰਨ ਦਾ ਯਤਨ ਕਰਨ ਲੱਗੇ। ਕਹਿ ਕਰਵੋ ਕੁਛ ਕਪਟ ਕਰਾ ਲੈ, ਜਾਂ ਫਿਰ ਕੁਝ ਭਿਆਨਕ ਕਪਟ ਕਰਨਾ ਚਾਹੀਦਾ, ਛਲ ਬਲ ਦੇ ਨਾਲ ਗੁਰੂ ਸਾਹਿਬ ਜੀ ਨੂੰ ਮਾਰਿਆ ਜਾਵੇ। ਸੋ ਬਤਾਓ ਜਿਵੇਂ ਬਸ ਮੈਂ ਆਵੇ, ਉਹ ਜੁਗਤੀ ਦੱਸੋ ਜਿਸ ਕਰਕੇ ਗੁਰੂ ਸਾਹਿਬ ਜੀ ਸਾਡੇ ਬਸ ਵਿੱਚ ਆ ਜਾਣ। ਨਾਹੀਂ ਤਾਂ ਸਤਰ ਸਾਤ ਬਿਨ ਸਾਵੇ, ਨਹੀਂ ਤਾਂ ਸ਼ਤਰੂਆਂ ਦੇ ਸਹਿਤ ਉਹਨਾਂ ਨੂੰ ਅਸੀਂ ਮਾਰ ਦਈਏ ਛਲ ਬਲ ਦੇ ਨਾਲ। ਸੋ ਪੀਰਨ ਕੋ ਤਵੇ ਮਨਾਵੋ, ਤਦੋਂ ਮੈਂ ਸਾਰੇ ਪੀਰਾਂ ਫਕੀਰਾਂ ਨੂੰ ਮਨਾਵਾਂਗਾ। ਬਹੁਤ ਸ਼ੇਰਨੀ ਤਵ ਵਰਤਾਵੋ, ਪੀਰਾਂ ਨੂੰ ਮਨਾ ਕਰਕੇ ਬਹੁਤ ਸਾਰੀ ਸੀਰਨੀ ਵਰਤਾਵਾਂਗਾ। ਸਿਰ ਪਰ ਭਾਗ ਬਾਂਧ ਹੋਆ ਤਵੈ, ਉਦੋਂ ਜਦੋਂ ਗੁਰੂ ਸਾਹਿਬ ਜੀ ਨੂੰ ਫੜ ਕੇ ਮਾਰਾਂਗਾ, ਗੁਰੂ ਸਾਹਿਬ ਜੀ ਨੂੰ ਜਿੱਤਾਂਗਾ, ਤਾਂ ਹੀ ਸਿਰ ਤੇ ਪੱਗ ਬੰਨਾਂਗਾ। ਹੱਥ ਹੀ ਕੇ ਪਕੜੈ ਗੁਰ ਕੋ ਜਵੈ, ਜਦੋਂ ਗੁਰੂ ਸਾਹਿਬ ਜੀ ਨੂੰ ਫੜਾਂਗੇ ਜਾਂ ਮਾਰ ਦਿਆਂਗੇ, ਤਵੀ ਜੀਵਨ ਹੋਏ ਸੁਖ ਭਰਿਓ, ਔਰ ਦੁੱਖ ਭਰਿਆ ਜੋ ਜੀਵਨ ਜਿਉ ਰਹੇ ਹਾਂ ਤਾਂ ਹੀ ਸਾਨੂੰ ਸੁਖ ਹੋਵੇਗਾ। ਜਦੋਂ ਗੁਰੂ ਸਾਹਿਬ ਜੀ ਨੂੰ ਫੜ ਕੇ ਮਾਰਾਂਗੇ, ਨਾਹੀਂ ਤਾਂ ਸਮੈ ਬਿਤਾਵੋ ਮਰਿਓ, ਨਹੀਂ ਤਾਂ ਅਸੀਂ ਮੁਰਦੇ ਦੇ ਤੁਲ ਜੀਵਨ ਬਤੀਤ ਕਰਾਂਗੇ। ਇਸ ਤੇ ਅਪਰ ਮੋਹ ਕੋ ਆਚੇ, ਇਸ ਤੋਂ ਅਪਰ ਹੋਰ ਦੂਜੀ ਗੱਲ ਮੈਨੂੰ ਭਾਉਂਦੀ ਨਹੀਂ, ਚੰਗੀ ਨਹੀਂ ਲੱਗਦੀ। ਪੂਰੀ ਕਰੇ ਪੀਰ ਮਨ ਬਾਚੇ, ਔਰ ਕਵੀ ਜੀ ਕਹਿ ਰਹੇ ਹਨ, ਪੂਰੀ ਕਰੈ ਪੀਰ ਮਨ ਬਾਛੇ।
ਮਨ ਇੱਛਤ ਔਰ ਮੁਰਾਦ ਪੂਰੀ ਕਰਨਗੇ ਸਾਡੇ ਪੀਰ ਫਕੀਰ, ਜਿਨ੍ਹਾਂ ਨੂੰ ਅਸੀਂ ਮਨਾਵਾਂਗੇ। ਧਨ ਖਰ ਚਨ ਮੈਂ ਸਾਮਲ ਤੇਰੇ, ਹੇ ਰਤਨ ਚੰਦ, ਧਨ ਖਰਚਣ ਵਿੱਚ ਮੈਂ ਬਰਾਬਰ ਦਾ ਹਿੱਸੇਦਾਰ ਹੋਵਾਂਗਾ। ਮੈਂ ਵੀ ਜਿੱਥੇ ਕਹੇ ਉੱਥੇ ਮੈਂ ਧਨ ਖਰਚਾਂਗਾ। ਕਰਹੁ ਜਿਤਕ ਸਕਤ ਹੈ ਮੇਰੇ, ਔਰ ਜਥਾ ਸ਼ਕਤੀ ਅਨੁਸਾਰ ਮੈਂ ਧਨ ਖਰਚਣ ਲਈ ਤਿਆਰ ਹਾਂ। ਜੀ ਕਾਰਜ ਹੋਏ ਸਾਹੋ ਨ ਜੀ ਕਾ, ਔਰ ਇਹ ਕਾਰਜ ਤਾਂ ਹੀ ਹੋਵੇਗਾ ਜੇ ਬਾਦਸ਼ਾਹ ਦੇ ਕੋਲ ਜਾ ਕੇ ਪੁਕਾਰ ਕਰੀਏ। ਸੋ ਮੈਂ ਕਰੋ ਲਾਏ ਬਲਨੀ ਕਾ, ਉਹ ਚੰਗੀ ਤਰ੍ਹਾਂ ਬਲ ਲਾ ਕੇ ਮੈਂ ਕਰਾਂਗਾ। ਮੁਝੇ ਤੁਝ ਕੋ ਸਮ ਕਾਰਜ ਹੈ, ਮੇਰਾ ਅਤੇ ਤੇਰਾ ਇੱਕੋ ਹੀ ਕੰਮ ਹੈ। ਮੇਰੇ ਪਿਤਾ ਨੂੰ ਵੀ ਮਾਰਿਆ, ਤੇਰੇ ਪਿਤਾ ਨੂੰ ਵੀ ਮਾਰਿਆ, ਸਾਡੇ ਦੋਹਾਂ ਦਾ ਕੰਮ ਇੱਕੋ ਹੀ ਹੈ। ਪਿਤ ਕੋ ਪਲਟਾ ਦੋਨੋਂ ਲਹਿ, ਅਸੀਂ ਦੋਵੇਂ ਆਪੋ ਆਪਣੇ ਪਿਤਾ ਦਾ ਬਦਲਾ ਜ਼ਰੂਰ ਲਵਾਂਗੇ। ਹੁਤੋ ਅਗਨ ਕੇ ਸਮ ਤੇ ਜਾਰਨ, ਔਰ ਉਤੋਂ ਅਗਨ ਕੇ ਸਮ ਤੇ ਹਜ਼ਾਰਨ, ਅਗਨੀ ਦੇ ਸਮਾਨ ਉਹਨਾਂ ਨੂੰ ਸਾੜਨਾ ਚਾਹੀਦਾ ਹੈ। ਨਹਿ ਏਕਲ ਤੇ ਹੋਏ ਉਜਾਰਨ, ਜਿਵੇਂ ਅੱਗ ਲੱਕੜ ਨੂੰ ਸਾੜ ਦਿੰਦੀ ਹੈ, ਕੱਲੀ ਲੱਕੜ ਹੀ ਨਹੀਂ ਸਾੜਦੀ, ਅਗਨੀ ਹੀ ਨਹੀਂ ਸਾੜਦੀ, ਨਾਲ ਪਵਨ ਹਵਾ ਵੀ ਚਾਹੀਦੀ ਹੈ। ਹਵਾ ਵੀ ਚੱਲੇ, ਹਵਾ ਤੋਂ ਬਿਨਾ ਅਗਨੀ ਕੰਮ ਨਹੀਂ ਕਰ ਸਕਦੀ ਇਕੱਲੀ। ਅਗਨੀ ਦੇ ਨਾਲ ਹਵਾ ਮਿਲ ਜਾਏ ਤਾਂ ਛੇਤੀ ਭਾਮੜ ਮਚਦੀ ਹੈ, ਉਹ ਸਾੜ ਕੇ ਸਵਾਹ ਕਰ ਦਿੰਦੀ ਹੈ ਅਗਨੀ। ਸੋ ਮੈਂ ਕੱਲਾ ਹਾਂ, ਮੈਂ ਤਾਂ ਅਗਨੀ ਦੇ ਸਮਾਨ ਹਾਂ। ਮਿਲਿਓ ਪੌਣ ਸਮ ਤੂੰ ਅਵੇ ਆਏ, ਔਰ ਪੌਣ ਦੇ ਸਮਾਨ, ਹਵਾ ਦੇ ਸਮਾਨ ਤੂੰ ਹੁਣ ਮੈਨੂੰ ਮਿਲਿਆ ਹੈ। ਜਿਉ ਕਿਉ ਕਰ ਲੈ ਬਾਤ ਬਣਾਏ, ਔਰ ਜਿਵੇਂ ਕਿਵੇਂ ਕਰਕੇ ਅਸੀਂ ਗੱਲ ਬਣਾ ਲਈਏ। ਮਨ ਉਡੀਕਤ ਕੋ ਚਲ ਆਇਓ, ਮਾਂ ਕਰਮ ਚੰਦ ਸੋਚਦਾ, ਮਨ ਉਡੀਕਦਿਆਂ ਇਹ ਰਤਨ ਚੰਦ ਚੱਲ ਕੇ ਆਇਆ ਮੇਰੇ ਪਾਸ। ਹਰਿ ਉਦਯੋਗ ਹੋਏ ਮਨ ਪਾਇਓ, ਔਰ ਮਨ ਭਾਉਂਦਾ ਉਹ ਉਦਮ ਕਰਨ ਲੱਗਿਆ। ਕਰਮ ਚੰਦ ਇਮ ਧੀਰਜ ਦੀਨ, ਚੰਦੂ ਦੇ ਪੁੱਤਰ ਕਰਮ ਚੰਦ ਨੇ ਘੇਰੜ ਦੇ ਪੁੱਤਰ ਰਤਨ ਚੰਦ ਨੂੰ ਦਿਲਾਸਾ ਦਿੱਤਾ। ਆਪਣੇ ਘਰ ਮੈਂ ਆਦਰ ਕੀਨ, ਆਪਣੇ ਘਰ ਲੈ ਗਿਆ ਬੜੇ ਆਦਰ ਸਨਮਾਨ ਦੇ ਸਹਿਤ। ਖਾਨ ਪਾਨ ਕੀ ਲੈ ਸਭ ਸਾਰ, ਆਪਣੇ ਮਿੱਤਰ ਰਤਨ ਚੰਦ ਦੀ ਹਰ ਤਰ੍ਹਾਂ ਦੀ ਖਾਨ ਪਾਨ ਦੀ ਸਾਰ ਸੰਭਾਲ ਕੀਤੀ। ਮਿਲੇ ਦੁਖੀ ਦੋਨੋਂ ਕੁਰਿਆਰ, ਦੋਵੇਂ ਕੂੜਿਆਰ, ਦੋਨੇ ਕੁਪੱਤੇ ਹਨ। ਰਤਨ ਚੰਦ ਤੇ ਕਰਮ ਚੰਦ ਦੋਨੇ ਹੀ ਮਿਲ ਕੇ ਸਲਾਹ ਪੱਕੀ ਕੀਤੀ। ਦੋਹਰਾ ਰਹਿਓ ਨਿਸਾ ਮੈਂ ਮਿਲ ਦੁਖੀ, ਗੁਰ ਨਿੰਦਕ ਕੁੜਿਆਰ। ਗੁਰੂ ਨਿੰਦਕ ਬੜੇ ਝੂਠੇ ਦੋਨੇ ਰਤਨ ਚੰਦ ਤੇ ਕਰਮ ਚੰਦ ਨਿਸਾ ਮਹਿ ਰਾਤਰੀ ਵਿੱਚ ਮਿਲ ਕਰਕੇ ਬਹੁਤ ਦੁਖੀ ਹੋਏ ਸਲਾਹ ਪੱਕੀ ਕਰ ਰਹੇ ਹਨ। ਕਰਮ ਚੰਦ ਸੋ ਤਵ ਕਹਿਓ, ਰਤਨ ਚੰਦ ਦੁਖ ਧਾਰ। ਜਦੋਂ ਖਾਣ ਪਾਣ ਕਰਕੇ ਸੌਣ ਲੱਗੇ ਉਸ ਸਮੇਂ, ਔਰ ਕਰਮ ਚੰਦ ਦੇ ਤਾਈ ਰਤਨ ਚੰਦ ਘੇਰੜ ਦਾ ਪੁੱਤਰ ਇਉਂ ਕਹਿਣ ਲੱਗਿਆ। ਕਉ ਪਈ ਸੁਨੋ ਪ੍ਰਸੰਗ ਪਿਤਾ ਜਿਮ ਮਾਰਾ, ਹੇ ਮਿੱਤਰ, ਸਾਰਾ ਪ੍ਰਸੰਗ ਛੋਰ ਤੋਂ ਸੁਣਨਾ ਕਰ, ਜਿਵੇਂ ਮੇਰੇ ਪਿਤਾ ਨੂੰ ਗੁਰੂ ਸਾਹਿਬ ਜੀ ਨੇ ਮਾਰਿਆ। ਹਮ ਬੈਠੇ ਸਭ ਸਦਨ ਮੁਜਾਰਾ, ਅਸੀਂ ਸਾਰੇ ਪਰਿਵਾਰ ਆਪਣੇ ਘਰ ਵਿੱਚ ਬੈਠੇ ਸਾਂ। ਆਏ ਅਚਾਨਕ ਗੁਰ ਤਿਸ ਗ੍ਰਾਮ, ਗੁਰੂ ਸਾਹਿਬ ਜੀ ਅਚਾਨਕ ਉਸ ਪਿੰਡ ਵਿੱਚ ਆ ਗਏ। ਉਤਰਿਓ ਠਾਨ ਜਾਨ ਅਬਰਾਮ, ਔਰ ਅਬਰਾਮ ਸੁੰਦਰ ਰਮਣੀਕ ਜਗ੍ਹਾ ਦੇਖ ਕਰਕੇ ਉਤਰ ਪਏ। ਦਿਵਸ ਆਗਲੇ ਕੋਟ ਉਸਾਰਾ, ਅਗਲੇ ਦਿਨ ਉਹ ਕੋਟ ਦੀ ਉਸਾਰੀ ਕਰਨ ਲੱਗੇ। ਨਗਰ ਬਸਾਵੋ ਮੈਂ ਨਿਰਤਾਰਾ, ਨਿਰਣਾ ਕਰਕੇ ਕਿਹਾ ਕਿ ਮੈਂ ਇੱਥੇ ਨਗਰ ਵਸਾਵਾਂਗਾ। ਸੁਨ ਮਮ ਪਿਤਾ ਗਇਓ ਤੇ ਕਹਿਓ, ਇਹ ਸੁਣ ਕੇ ਲੋਕਾਂ ਪਾਸੋਂ ਮੇਰਾ ਪਿਤਾ ਸਮਝਾਉਣ ਵਾਸਤੇ ਗਿਆ। ਮਾਲਿਕ ਭੂਮ ਕੌਣ ਤੈ ਲਹਿਓ, ਤੁਸਾਂ ਨੇ ਇਸ ਜ਼ਮੀਨ ਦਾ ਮਾਲਕ ਕਿਸ ਨੂੰ ਜਾਣਿਆ ਹੈ? ਬੁਝਿਓ ਹੈ ਕਿ ਨਹੀਂ ਕਿਤ ਕੋ, ਕਿਸੇ ਪਾਸੋਂ
ਤੋਂ ਤੁਸਾਂ ਨੇ ਪੁੱਛਿਆ ਹੈ ਕਿ ਨਹੀਂ, ਐਵੇਂ ਆ ਕੇ ਬੈਠ ਗਏ? ਹਾਕਮ ਪਰਜਾ ਨ ਰਾਜੀ ਦੋ। ਨਾ ਹਾਕਮ ਰਾਜੀ ਹੈ ਨਾ ਪ੍ਰਜਾ ਰਾਜੀ ਹੈ। ਤੁਸੀਂ ਕਿਤੋਂ ਪੁੱਛਿਆ? ਨਾ ਹਾਕਮ ਤੋਂ ਪੁੱਛਿਆ, ਨਾ ਇੱਥੋਂ ਦੇ ਵਸਨੀਕਾਂ ਨੂੰ, ਪ੍ਰਜਾ ਨੂੰ ਪੁੱਛਿਆ, ਕਿਸੇ ਨੂੰ ਨਹੀਂ ਪੁੱਛਿਆ। ਤੁਸੀਂ ਉਤਪਾਦ ਮਚਾਉਂਦੇ ਆਏ ਹੋ ਔਰ ਜਿੱਥੇ ਜਾਂਦੇ ਉੱਥੇ ਉਤਪਾਦ ਮਚਾਉਂਦੇ ਹੋ। ਇੱਥੇ ਵੀ ਉਤਪਾਦ ਮਚਾਉਣ ਵਾਸਤੇ ਆ ਬੈਠੇ ਹੋ। ਸਾ ਜਹਾਂ ਸਭ ਮਲਖਨ ਮਾਲਕ। ਸਾਰੇ ਮੁਲਕਾਂ ਦਾ ਮਾਲਕ ਸ਼ਾਹਜਹਾਂ ਬਾਦਸ਼ਾਹ ਹੈ। ਲੈਣ ਦੇਣ ਸਭ ਤਿਸ ਕੋ ਤਾਲਕ। ਲੈਣਾ ਦੇਣਾ ਸਭ ਉਸਦੇ ਅਧੀਨ ਹੈ। ਏਕ ਨਹੀਂ ਮਮ ਪਿਤ ਕੀ ਮਾਨੀ। ਔਰ ਮੇਰੇ ਪਿਤਾ ਦੀ ਇੱਕ ਗੱਲ ਨਹੀਂ ਮੰਨੀ। ਸਾਹੋ ਨਾਮ ਤੇ ਘਰ ਬਕਾਨੀ। ਔਰ ਬਾਦਸ਼ਾਹ ਸ਼ਾਹਜਹਾਂ ਦਾ ਨਾਮ ਸੁਣ ਕੇ ਗਾਲ ਕੱਢਣ ਲੱਗੇ। ਫਕਰ ਮਾਰ ਸਰਤਾ ਮੈਂ ਗੇਰਾ। ਫਿਰ ਮੇਰੇ ਪਿਤਾ ਨੂੰ ਜੁੱਤੀਆਂ ਮਾਰ ਮਾਰ ਕੇ ਦਰਿਆ ਵਿੱਚ ਸਿੱਟ ਦਿੱਤਾ। ਤਰਾਸ ਨਹੀਂ ਮਾਨਤ ਕਿਸ ਕੇਰਾ। ਔਰ ਕਿਸੇ ਦੀ ਗੱਲ ਨਹੀਂ ਮੰਨੀ ਔਰ ਸਿੰਘਾਂ ਨੂੰ ਕਹਿ ਕਰਕੇ ਜੁੱਤੀਆਂ ਮਰਵਾ ਕੇ ਔਰ ਉਸ ਨੂੰ ਟੰਗਾਂ ਤੋਂ ਫੜ ਕੇ ਘਸੀਟਦੇ ਹੋਏ ਦਰਿਆ ਵਿੱਚ ਸਿੱਟ ਦਿੱਤਾ। ਆਵ ਤੈ ਪਰਿਓ ਕੋਟ ਚਿਨਵਾਵੈ। ਹੁਣ ਉੱਥੇ ਬੈਠੇ ਕਿਲਾ ਦੀ ਉਸਾਰੀ ਕਰਵਾ ਰਹੇ, ਨਗਰ ਵਸਾ ਰਹੇ ਹਨ। ਆਪਨ ਨਾਮ ਪਰ ਨਗਰ ਬਸਾਵੈ। ਆਪਣੇ ਨਾਮ ਦੇ ਉੱਪਰ ਨਗਰ ਵਸਾਉਣਾ ਚਾਹੁੰਦੇ ਹਨ। ਜਿੱਥੇ ਹਰਗੋਬਿੰਦਪੁਰ ਸਾਹਿਬ ਹੈ, ਆਪਣੇ ਨਾਮ ਤੇ ਨਗਰ ਵਸਾਉਣਾ ਚਾਹੁੰਦੇ ਹਨ। ਅਬ ਸੁਨ ਮਾਰਨ ਕੇਰਿਓ ਪਾਉ। ਹੁਣ ਗੁਰੂ ਸਾਹਿਬ ਜੀ ਨੂੰ ਮਾਰਨ ਦਾ ਉਪਾਅ ਸੁਣ। ਜੈਸੇ ਮੈਂ ਆਇਓ ਤੱਕ ਦਾਉ। ਔਰ ਜਿਵੇਂ ਮੈਂ ਛੇਤੀ ਚੱਲ ਕੇ ਆਇਆ ਹਾਂ, ਦਾ ਤੱਕ ਕਰਕੇ ਮੌਕਾ ਦੇਖ ਕੇ ਮੈਂ ਤੇਰੇ ਪਾਸ ਆਇਆ ਹਾਂ। ਇਕ ਤੋ ਤੇਰੋ ਹੋਏ ਸਹਾਰਾ। ਇੱਕ ਤਾਂ ਤੇਰਾ ਸਹਾਰਾ ਮੈਨੂੰ ਹੋਵੇਗਾ। ਇਹਾਂ ਜੂ ਜੂਤਾ ਸੈਨ ਉਦਾ ਜੂ ਸੁਵਾ ਸੈਨ ਉਦਾਰਾ। ਇੱਥੇ ਦਾ ਜੋ ਸੂਬਾ ਹੈ ਅਬਦੁਲ ਖਾਨ, ਉਹ ਬੜਾ ਉਦਾਰ ਚਿੱਤ ਹੈ। ਇਸਕੇ ਸਾਥ ਮੋਹ ਮਿਟਾਏ। ਉਹਦੇ ਨਾਲ ਮੇਰੀ ਮਿੱਤਰਤਾ ਹੈ, ਮੇਰੀ ਦੋਸਤੀ ਹੈ ਸੂਬੇ ਦੇ ਨਾਲ। ਅਬ ਲੋ ਕਾਜ ਨ ਕੁਛ ਬਨ ਆਏ। ਹੁਣ ਤੱਕ ਉਸ ਨੂੰ ਮੈਂ ਕੋਈ ਕੰਮ ਨਹੀਂ ਕਿਹਾ, ਮੇਰਾ ਕੋਈ ਕੰਮ ਨਹੀਂ ਬਣਿਆ। ਚਲੇ ਪ੍ਰਾਤ ਕੋ ਇਸਕੇ ਪਾਸ। ਅਸੀਂ ਦੋਨੇ ਰਲ ਕੇ ਉਸ ਅਬਦੁਲ ਖਾਨ ਸੂਬੇ, ਜਲੰਧਰ ਦੇ ਸੂਬੇ ਦੇ ਪਾਸ ਚੱਲਾਂਗੇ। ਅਗਰੇ ਬਾਤ ਸੁਨਾਵਹਿ ਤਾਸ। ਅਸੀਂ ਦੋਨੇ ਹੀ ਪੁਕਾਰ ਕਰਕੇ ਆਪੋ ਆਪਣੇ ਪਿਤਾ ਬਾਰੇ ਸਾਰੀ ਗੱਲ ਦੱਸਾਂਗੇ ਸੂਬੇ ਨੂੰ। ਸੇਨਾ ਸਹਤ ਚਲੇ ਸੇ ਜੇ ਆਪ। ਸੇਨਾ ਸਹਤ ਚਲੇ ਜੇ ਆਪ। ਉਹ ਸੈਨਾ ਦੇ ਸਹਿਤ ਜੇ ਅਬਦੁਲ ਖਾਨ ਸੂਬਾ ਆਪ ਚੱਲੇਗਾ। ਤੇ ਗਹਿਲੇ ਹਰੇ ਗੁਰਦਾਪ। ਔਰ ਗੁਰੂ ਸਾਹਿਬ ਜੀ ਨੂੰ ਫੜ ਲਵੇਗਾ, ਗੁਰੂ ਸਾਹਿਬ ਜੀ ਦੇ ਦਾਪ ਹੰਕਾਰ ਨੂੰ ਦੂਰ ਕਰ ਦੇਵੇਗਾ। ਹਮ ਤੁਮ ਦੋਨੋਂ ਕਰੇ ਪੁਕਾਰੋ। ਅਸੀਂ ਦੋਨੇ ਮਿਲ ਕਰਕੇ ਪੁਕਾਰ ਕਰਾਂਗੇ। ਗੁਰ ਅਪਰਾਧ ਹੋਏ ਨਿਰਤਾਰੋ। ਫਿਰ ਗੁਰੂ ਸਾਹਿਬ ਜੀ ਦਾ ਅਪਰਾਧ ਦਾ ਨਿਰਣਾ ਹੋ ਜਾਵੇਗਾ। ਕਰਮ ਚੰਦ ਸੁਨ ਆਨੰਦ ਬਧਾਇਓ। ਔਰ ਕਰਮ ਚੰਦ ਸੁਣ ਕਰਕੇ ਰਤਨ ਚੰਦ ਦਾ ਉਤਸ਼ਾਹ ਵਧਾਉਣ ਲੱਗਿਆ। ਹਮ ਤੁਮ ਦੋਨੋਂ ਜਬ ਸੁਨਾਇਓ। ਅਸੀਂ ਦੋਨੇ ਮਿਲ ਕੇ ਜਦੋਂ ਪੁਕਾਰ ਕਰਾਂਗੇ, ਸਾਰੀ ਬਿਰਥਾ ਸੁਣਾਵਾਂਗੇ ਸੂਬੇ ਨੂੰ। ਚੜ੍ਹੇ ਤੁਰਤ ਕੁਛ ਲਗੇ ਨ ਦੇਰ। ਉਸੇ ਵੇਲੇ ਸੁਣ ਕਰਕੇ ਲਾਓ ਲਸ਼ਕਰ ਸੈਨਾ ਲੈ ਕੇ ਚੜ ਪਵੇਗਾ, ਕੋਈ ਦੇਰੀ ਨਹੀਂ ਲੱਗੇਗੀ। ਲਸਕਰ ਜਿਸ ਕੇ ਨਿਕਟ ਬਡੇਰ। ਜਿਸ ਦੇ ਪਾਸ ਬਹੁਤ ਭਾਰੀ ਗਿਣਤੀ ਵਿੱਚ ਤੁਰਕ ਸੈਨਾ ਹੈ। ਸਕਲ ਦੇਸ਼ ਇਸ ਨਿਆਉ ਚੁਕਾਵੈ। ਜੋ ਸਾਰੇ ਦੇਸ਼ ਦਾ, ਨਗਰ ਦਾ ਨਿਆਂ ਕਰਦਾ ਹੈ, ਸੱਚਾ ਨਿਆਂ ਕਰਦਾ ਹੈ। ਜਬਰੀ ਕਰੇ ਸੁਬਰਜ ਹਟਾਵੈ। ਜਿਹੜਾ ਕੋਈ ਜਬਰੀ ਕਰੇ ਉਸ ਨੂੰ ਵਰਜ ਕੇ ਰੋਕ ਕਰਕੇ ਹਟਾਉਂਦਾ ਹੈ। ਇਸ ਤੇ ਪਰੇ ਅਪਰ ਕਿਆ ਹੋਏ। ਇਸ ਤੋਂ ਅਪਰ ਹੋਰ ਕੀ ਹੋ ਸਕਦਾ ਹੈ। ਇਮ ਸੁਨ ਕੈ ਕੋ ਪੈ ਸਭ ਕੋਏ। ਇਉਂ ਸੁਣ ਕਰਕੇ ਸਾਰੇ ਹੀ ਕ੍ਰੋਧਵਾਨ ਹੋ ਜਾਣਗੇ ਜਦੋਂ ਸਾਡੀ ਗੱਲ ਸੁਣਨਗੇ। ਭੂਮ ਪਰਾਈ ਛੀਨ ਸੁਮਾਰਾ। ਔਰ ਪਰਾਈ ਭੂਮੀ ਖੋਹ ਕਰਕੇ
ਮੇਰੇ ਪਿਤਾ ਨੂੰ ਜਿਵੇਂ ਮਾਰਿਆ ਹੈ, ਨਾਹੇ ਚੜੋ ਹੋਏ ਦਸ ਉਜਾਰਾ। ਔਰ ਜੇ ਤੁਸੀਂ ਚੜ ਕੇ ਨਹੀਂ ਜਾਓਗੇ ਅਸੀਂ ਸਮਝਾਵਾਂਗੇ, ਅਬਦੁਲ ਖਾਨ ਨੂੰ ਸਮਝਾਵਾਂਗੇ ਸੂਬੇ ਨੂੰ, ਜੇ ਇਸ ਵੇਲੇ ਤੁਸੀਂ ਚੜ ਕੇ ਨਹੀਂ ਜਾਓਗੇ ਤੇ ਸਾਰੇ ਦੇਸ਼ ਵਿੱਚ ਨਗਰ ਵਿੱਚ ਉਤਪਾਤ ਮਚਾਉਂਦੇ ਫਿਰਨਗੇ। ਗੜ ਪਾਵੈ ਗੁਰ ਆਕੀ ਹੋਏ। ਕਿਲਾ ਬਣਾ ਕਰਕੇ ਤਿਆਰ ਕਰਵਾ ਕੇ ਆਕੀ ਹੋ ਕੇ ਬਹਿ ਜਾਣਗੇ ਕਿਲੇ ਵਿੱਚ, ਗ੍ਰਾਮ ਨਿਕਟ ਕੋ ਰੋਕੈ ਸੋਏ। ਔਰ ਨਗਰਾਂ ਪਿੰਡਾਂ ਦਾ ਰਾਹ ਰੋਕ ਲੈਣਗੇ। ਹਿਮ ਕੈ ਸੁਨ ਆਪਸ ਮਹਿ ਸੋਏ। ਇਉਂ ਰਤਨ ਚੰਦ ਤੇ ਕਰਮ ਚੰਦ ਆਪਸ ਚ ਕਹਿ ਸੁਣ ਕਰਕੇ ਸੌਂ ਗਏ। ਜਾਗੇ ਬਰ ਪ੍ਰਾਤ ਕੋ ਜੋਏ। ਪ੍ਰਾਤਾ ਕਾਲ ਦੋਵੇਂ ਗੁਰ ਨਿੰਦਕ ਜਾਗੇ। ਬੈਠਿਓ ਸੂਬਾ ਅਬਦੁਲ ਖਾਨ। ਇਧਰ ਕਚਹਿਰੀ ਵਿੱਚ ਸੂਬਾ ਅਬਦੁਲ ਖਾਨ ਬੈਠਾ ਹੈ, ਲਗੀ ਕਚਹਿਰੀ ਨਿਕਟ ਮਾਨ। ਔਰ ਜਿਸ ਦੇ ਪਾਸ ਵੱਡੀ ਕਚਹਿਰੀ ਲੱਗੀ ਹੋਈ ਹੈ, ਸਿਰ ਨਾਂਗੋ ਕਰ ਜਾਏ ਪੁਕਾਰਾ। ਨੰਗੇ ਸਿਰ ਕਰਕੇ ਜਾ ਕੇ ਪੁਕਾਰ ਕੀਤੀ। ਉਸ ਸਮੇਂ ਦਾ ਰਿਵਾਜ ਸੀ ਤੁਰਕਾਂ ਦੀ ਕਚਹਿਰੀ ਵਿੱਚ, ਜਿਹੜਾ ਨੰਗੇ ਸਿਰ ਹੋ ਕੇ ਜਾਵੇ ਔਰ ਗੰਦੇ ਮੰਦੇ ਕੱਪੜੇ ਪਾ ਕੇ ਜਾਵੇ ਲਿਬੜੇ ਹੋਏ ਗੰਦਗੀ ਦੇ ਨਾਲ, ਉਹਦੀ ਪੁਕਾਰ ਛੇਤੀ ਸੁਣੀ ਜਾਂਦੀ ਸੀ। ਇਹ ਰਿਵਾਜ ਸੀ। ਜੇ ਬਣ ਠਣ ਕੇ ਜਾਵੇ ਉਹਦੀ ਪੁਕਾਰ ਨਹੀਂ ਸੁਣੀ ਜਾਂਦੀ ਸੀ। ਸਿਰੋਂ ਨੰਗਾ ਹੋ ਕੇ ਮੈਲੇ ਕੁਚੈਲੇ ਕੱਪੜੇ ਪਾ ਕੇ ਜਾਵੇ ਤਾਂ ਉਹਦੀ ਪੁਕਾਰ ਸੁਣੀ ਜਾਂਦੀ ਸੀ। ਜਿਵੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਮੇਂ ਗੋਂਦੇ ਦਾ ਪੁੱਤਰ ਜਿਹੜਾ ਸੀ, ਉਹ ਵੀ ਮੈਲੇ ਕੁਚੈਲੇ ਕੱਪੜੇ ਪਾ ਕਰਕੇ ਨੰਗੇ ਸਿਰ ਹੋ ਕਰਕੇ ਫਰਿਆਦ ਕੀਤੀ ਸੀ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸਾਡੀ ਜਗ੍ਹਾ ਮੱਲ ਲਈ ਹੈ ਔਰ ਸਾਨੂੰ ਕੁਝ ਧਨ ਪਦਾਰਥ ਵੀ ਨਹੀਂ ਦਿੰਦੇ, ਚੜਾਵਾ ਬਹੁਤ ਚੜ੍ਹਦਾ ਹੈ। ਉਹਦੀ ਪੁਕਾਰ ਅਕਬਰ ਬਾਦਸ਼ਾਹ ਨੇ ਨਹੀਂ ਸੁਣੀ ਸੀ। ਜਦੋਂ ਮੰਤਰੀਆਂ ਨੂੰ ਪੁੱਛਿਆ ਕਿ ਕਿਹਦੇ ਉੱਪਰ ਫਰਿਆਦ ਕਰਨ ਆਇਆ, ਪੁਕਾਰੂ ਹੋ ਕੇ ਆਇਆ, ਕਿਹਾ ਜਿਨ੍ਹਾਂ ਦੀ ਕਿਰਪਾ ਦਾ ਸਦਕਾ ਤੁਹਾਡਾ ਚਿੱਤੌੜ ਦਾ ਕਿਲਾ ਫਤਿਹ ਹੋਇਆ ਸੀ, ਇਹ ਉਹਨਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਉੱਪਰ ਪੁਕਾਰੂ ਹੋ ਕੇ ਆਇਆ। ਉਸ ਨੂੰ ਧੱਕੇ ਦੇ ਕੇ ਔਰ ਬਾਹਰ ਕਢਵਾ ਦਿੱਤਾ ਕਿ ਜਾ ਭੱਜ ਜਾ। ਉਹਦੀ ਪੁਕਾਰ ਸੁਣੀ ਨਹੀਂ ਗਈ। ਸੋ ਇਸੇ ਤਰ੍ਹਾਂ ਇਹ ਦੋਨੇ ਰਤਨ ਚੰਦ ਤੇ ਕਰਮ ਚੰਦ ਸਿਰੋਂ ਨੰਗੇ ਹੋ ਕਰਕੇ ਪੁਕਾਰ ਕਰਨ ਗਏ ਕਚਹਿਰੀ ਵਿੱਚ। ਕਰਿਓ ਕਹਿਰ ਮੇਰੋ ਪਿਤ ਮਾਰਾ। ਗੁਰੂ ਸਾਹਿਬ ਨੇ ਬਹੁਤ ਕਹਿਰ ਵਰਤਾਇਆ, ਮੇਰੇ ਪਿਤਾ ਨੂੰ ਮਾਰਿਆ ਹੈ। ਗੁਰ ਨੇ ਛੀਨ ਲੀਨ ਸਭ ਧਰਣੀ। ਗੁਰੂ ਸਾਹਿਬ ਨੇ ਸਾਰੀ ਧਰਤੀ ਖੋਹ ਲਈ ਹੈ। ਬਿਨਾ ਤਰਾਸ ਕੀ ਨਸ ਅਸ ਕਰਨੀ। ਬਿਨਾਂ ਡਰ ਤੋਂ ਐਸੀ ਕਰਨੀ ਕੀਤੀ ਹੈ। ਮੇਰੇ ਪਿਤਾ ਨੇ ਡਰਾਵਾ ਵੀ ਦਿੱਤਾ ਕਿ ਸ਼ਾਹਜਹਾਂ ਸਾਰੇ ਮੁਲਕਾਂ ਦਾ ਮਾਲਕ ਹੈ, ਜਿਹਦੇ ਪਾਸ ਬਹੁਤ ਸਾਰੀ ਸੈਨਾ ਹੈ, ਪਰ ਸ਼ਾਹਜਹਾਂ ਦਾ ਵੀ ਡਰ ਨਹੀਂ ਮੰਨਿਆ। ਕੋਟਿ ਉਸਾਰਤ ਤੈ ਬੜ ਗਾਡੋ। ਉਹ ਬਹੁਤ ਗਾਡੋ ਪੱਕਾ ਕਿਲਾ ਦੀ ਉਸਾਰੀ ਕਰਵਾ ਰਹੇ ਹਨ। ਉਹੇ ਮਵਾਸ ਗਰਵ ਉਰ ਬਾਡੋ। ਔਰ ਹਿਰਦੇ ਵਿੱਚ ਬਹੁਤਾ ਹੰਕਾਰ ਵਧਾ ਕਰਕੇ ਆਕੀ ਹੋ ਜਾਣਗੇ। ਅਬਦੁਲ ਖਾਂ ਸੁਨ ਪਾਸ ਹਕਾਰਾ। ਅਬਦੁਲ ਖਾਂ ਜਲੰਧਰ ਦਾ ਸੂਬਾ ਸੁਣ ਕਰਕੇ ਆਪਣੇ ਕੋਲ ਸੱਦਿਆ। ਕਉ ਨਿਰਣੈ ਕਰ ਕਯੋ ਕਰ ਮਾਰਾ। ਔਰ ਨਿਰਣਾ ਕਰਕੇ ਚੰਗੀ ਤਰ੍ਹਾਂ ਖੋਲ ਕੇ ਸਾਰੀ ਗੱਲ ਦੱਸੋ, ਕਿਵੇਂ ਕਾਹਦੇ ਵਾਸਤੇ ਤੇਰੇ ਪਿਤਾ ਨੂੰ ਗੁਰੂ ਸਾਹਿਬ ਜੀ ਨੇ ਮਾਰਿਆ। ਲੈਨ ਦੇਨ ਕਿਆ ਪਿਖ ਅਪਰਾਧਾ। ਔਰ ਕੀ ਅਪਰਾਧ ਸੀ, ਕੀ ਲੈਣਾ ਦੇਣਾ ਸੀ, ਆ ਕਾਰਨ ਕਿਵੇਂ ਕੋਈ ਕਿਸੇ ਨੂੰ ਮਾਰ ਸਕਦਾ ਹੈ, ਕੋਈ ਨਾ ਕੋਈ ਕਾਰਨ ਹੋਵੇਗਾ। ਕਿਉਂ ਗਹਿ ਮਾਰਿਓ ਦੇ ਕਰ ਬਾਦਾ। ਔਰ ਵਾਦਾ ਦੇ ਕਰਕੇ, ਬਹੁਤ ਤਸੀਹੇ ਦੇ ਕਰਕੇ ਮਾਰਿਆ। ਉਹਦਾ ਕੋਈ ਨਾ ਕੋਈ ਅਪਰਾਧ ਹੋਵੇਗਾ ਤੇਰੇ ਪਿਤਾ ਦਾ, ਜਾਂ ਕੋਈ ਲੈਣਾ ਦੇਣਾ ਹੋਵੇਗਾ, ਕੋਈ ਕਾਰਨ ਹੋਵੇਗਾ, ਕੋਈ ਨਾ ਕੋਈ ਤਾਂ ਕਾਰਨ ਹੋਵੇਗਾ। ਕਰਮ ਚੰਦ ਪੁਨ ਸਕਲ ਸੁਨਾਈ। ਫਿਰ ਆਪਣੇ ਮਿੱਤਰ ਰਤਨ ਚੰਦ ਦੀ ਸਿਫਾਰਿਸ਼ ਕਰਨ ਲੱਗਿਆ। ਚੰਦੂ ਦਾ ਪੁੱਤਰ ਕਰਮ ਚੰਦ, ਉਹ ਸਫਾਈ ਪੇਸ਼ ਕਰਨ ਲੱਗਿਆ। ਸੋ ਨਹਿ ਡਰਤ ਕਰੇ ਮਨ ਭਾਈ। ਗੁਰੂ ਸਾਹਿਬ ਜੀ ਕਿਸੇ ਤੋਂ ਡਰਦੇ ਨਹੀਂ ਹਨ, ਬਾਦਸ਼ਾਹ ਦਾ ਵੀ ਡਰ ਨਹੀਂ ਮੰਨਦੇ, ਮਨ ਭਾਉਂਦੀ ਗੱਲ ਕਰਦੇ ਹਨ।
ਜੋ ਉਹਨਾਂ ਦੇ ਮਨ ਵਿੱਚ ਆਉਂਦਾ ਉਹੀ ਕਰਦੇ ਹਨ। ਜੇਠ ਬਿਕਾਏ ਤੋ ਉਤਪਾਤ, ਔਰ ਇੰਨਾ ਉਤਪਾਦ ਕਰਦੇ ਫਿਰਦੇ ਹਨ। ਪਹਿਲਾਂ ਬਹੁਤ ਸਾਰੀ ਤੁਰਕ ਸੈਨਾ ਮਾਰੀ, ਫਿਰ ਇੱਥੇ ਵੀ ਆ ਗਏ ਉਤਪਾਦ ਕਰਨ ਵਾਸਤੇ। ਜਿਸ ਤੇ ਭਾਇਓ ਨਰਨਗਨ ਘਾਤ, ਜਿਸ ਕਰਕੇ ਬਹੁਤੇ ਮਨੁੱਖਾਂ ਦਾ ਤੁਰਕ ਸੈਨਾ ਦਾ ਵਿਨਾਸ਼ ਹੋਇਆ। ਲੈ ਕਰ ਬਾਜ ਸਾਹੋ ਕੋ ਆਵਾ, ਔਰ ਬਾਦਸ਼ਾਹ ਸ਼ਾਹਜਹਾਂ ਦਾ ਬਾਜ ਲੈ ਆਏ ਹਨ। ਸਦਨ ਸੁਧਾਰਸ ਤੇ ਨਿਕਸਾਵਾ, ਔਰ ਆਪਣੇ ਘਰ ਅੰਮ੍ਰਿਤਸਰ ਸਾਹਿਬ ਤੋਂ ਨਿਕਲ ਕੇ ਆਏ ਹਨ। ਗ੍ਰਾਮ ਰੁਹੇਲਾ ਤੈ ਸਭ ਧਰਣੀ, ਰੋਹੇਲਾ ਪਿੰਡ ਦੀ ਸਾਰੀ ਧਰਤੀ, ਉਤੇ ਇਨੋ ਕੀ ਦੇਸਨ ਬਰਣੀ, ਔਰ ਇਹਨਾਂ ਦੀ ਸੀ, ਇਹਨਾਂ ਦੇ ਪਿਤਾ ਦੀ ਸਾਰੀ ਧਰਤੀ ਸੀ। ਰੋਹੇਲਾ ਪਿੰਡ ਦੀ ਮਲਕੀਅਤ ਇਹਨਾਂ ਦੀ ਸੀ, ਪਰ ਗੁਰੂ ਸਾਹਿਬ ਜੀ ਨੇ ਕਬਜ਼ਾ ਕਰ ਲਿਆ। ਛੀਨ ਲੀਨ ਰੁਕਣੀ ਦਾ ਵੀ ਵਿੱਚ ਪਤਾ ਨਹੀਂ ਗਰ ਕਰੇ ਉਸਾਰਨ, ਔਰ ਖੋਹ ਕਰਕੇ ਧਰਤੀ ਕਬਜ਼ਾ ਕਰਕੇ ਕਿਲਾ ਉਸਾਰਨ ਲੱਗੇ। ਘੇਰਰ ਗਇਓ ਬਰਜਵੇ ਕਾਰਨ, ਕਰਮਚੰਦ ਕਹਿ ਰਿਹਾ ਇਹਨਾਂ ਦਾ ਪਿਤਾ ਘੇਰੜ ਵਰਜਨ ਵਾਸਤੇ ਰੋਕਣ ਵਾਸਤੇ ਗਿਆ। ਪਕਰ ਮਾਰ ਸਰਤਾ ਮਹਿ ਡਾਰਾ, ਫੜ ਕੇ ਜੁੱਤੀਆਂ ਦੀ ਮਾਰ ਕਰਕੇ ਦਰਿਆ ਵਿੱਚ ਸੱਟ ਦਿੱਤਾ। ਕਮਾਲ ਹੋ ਗਈ ਯਾਰ। ਸਾਹੋ ਜਹਾਂ ਕੋ ਤਰਾਸ ਨ ਧਾਰਾ, ਬਾਦਸ਼ਾਹ ਸ਼ਾਹਜਹਾਂ ਦਾ ਡਰ ਨਹੀਂ ਮੰਨਿਆ। ਅਬ ਤੁਮਰੋ ਕੁਝ ਡਰ ਨਹਿ ਧਰਿਓ, ਹੁਣ ਤੁਹਾਡਾ ਵੀ ਰੰਚਕ ਮਾਤਰ ਡਰ ਨਹੀਂ ਧਾਰਿਆ। ਮਾਰ ਦੀਨ ਮਨ ਭਾਵਤ ਕਰਿਓ, ਔਰ ਇਹਨਾਂ ਦੇ ਪਿਤਾ ਨੂੰ ਮਾਰ ਦਿੱਤਾ ਔਰ ਮਨ ਭਾਉਣ ਦੀ ਗੱਲ ਕੀਤੀ। ਜੋ ਇਹਨਾਂ ਦੇ ਮਨ ਵਿੱਚ ਆਉਂਦਾ ਉਹੀ ਕਰਦੇ ਹਨ। ਤੁਮ ਸੋ ਬਿਗੇ ਰਹਿ ਗੋਈ ਕੇ ਦਿਓਸ, ਇਸੇ ਤਰ੍ਹਾਂ ਤੁਹਾਡੇ ਨਾਲ ਵੀ, ਇਹ ਸੂਬਾ ਜੀ, ਇਸੇ ਤਰ੍ਹਾਂ ਤੁਹਾਡੇ ਨਾਲ ਵੀ ਇੱਕ ਦਿਨ ਵਿਗਾੜ ਹੋਵੇਗਾ। ਤਬ ਤੁਮਰੋ ਬਸ ਚਲੇ ਨ ਰੋਸ, ਜਦੋਂ ਵਿਗਾੜ ਹੋਵੇਗਾ ਤੇ ਤੁਸੀਂ ਗੁੱਸਾ ਕਰਕੇ ਕੀ ਕਰੋਗੇ? ਤੁਹਾਡਾ ਕੋਈ ਚਾਰਾ ਨਹੀਂ ਚੱਲੇਗਾ। ਅਬ ਪਕਰੋ ਕਹਿ ਕਰੋ ਸੰਘਾਰਨ, ਹੁਣ ਮੌਕਾ ਹੈ, ਹੁਣ ਫੜ ਕੇ ਉਹਨਾਂ ਦਾ ਸੰਘਾਰ ਕਰੋ, ਵਿਨਾਸ਼ ਕਰੋ। ਅਹ ਸੁਖੈਨ ਨਾ ਲਰਵੇ ਕਾਰਨ, ਔਰ ਹੁਣ ਤਾਂ ਸੁਖਾਲਾ ਹੈ। ਹੁਣ ਇਹਨਾਂ ਦੇ ਪਾਸ ਇੰਨੀ ਸੈਨਾ ਵੀ ਨਹੀਂ, ਹਥਿਆਰ ਵੀ ਨਹੀਂ ਹਨ, ਕਿਉਂਕਿ ਬਹੁਤ ਸਾਰੇ ਹਥਿਆਰ ਤਾਂ ਟੁੱਟ ਫੁੱਟ ਗਏ, ਬਹੁਤ ਸਾਰੇ ਸਿੱਖ ਸੂਰਮੇ ਮਾਰੇ ਗਏ। ਹੁਣ ਇਹਨਾਂ ਦੇ ਪਾਸ ਨਾ ਤਾਂ ਸੂਰਮੇ ਹਨ ਬਹੁਤੇ, ਨਾ ਹਥਿਆਰ ਹਨ। ਹੁਣ ਸੁਖੈਨ ਹੀ ਲੜ ਕੇ ਮਾਰਨਾ ਯੋਗ ਹੈ। ਬਹੁਰ ਜਮਾ ਕਰ ਲੈ ਲੜਾਈ, ਫਿਰ ਜੇ ਢਿੱਲ ਮੱਠ ਕੀਤੀ ਤੇ ਉਹਨਾਂ ਨੇ ਹਥਿਆਰ ਤੇ ਸੈਨਾ ਇਕੱਠੀ ਕਰਕੇ ਫਿਰ ਲੜਾਈ ਕਰਨਗੇ। ਗੜ ਪਾਏ ਕਰ ਹੈ ਤਕਰਾਈ, ਔਰ ਕਿਲਾ ਪਾ ਕਰਕੇ ਤਕੜਾਈ ਦੇ ਨਾਲ ਆਕੀ ਹੋ ਕਰਕੇ ਕਿਲੇ ਵਿੱਚ ਰਹਿਣਗੇ ਔਰ ਘਮਸਾਨ ਯੁੱਧ ਕਰਨਗੇ। ਜੇ ਨਹਿ ਚੜੋ ਬਾਤ ਦਿਓ ਤਾਰੋ, ਜੇ ਤੁਸੀਂ ਚੜ ਕੇ ਨਹੀਂ ਜਾਂਦੇ, ਸਾਡੀ ਗੱਲ ਸੁਣ ਕਰਕੇ ਟਾਲ ਦਿੰਦੇ ਹੋ। ਇਸ ਮੈਂ ਔਗਣ ਅਦਕ ਪ੍ਰਕਾਰ, ਇਸ ਦੇ ਵਿੱਚ ਅਨੇਕ ਪ੍ਰਕਾਰ ਦੇ ਔਗਣ ਹਨ। ਅਲਪ ਸੰਗ ਦਲ ਪੁਨ ਹੋਏ ਭਾਰੋ, ਔਰ ਤੁਹਾਡਾ ਦਲ ਭਾਰਾ ਹੈ, ਬਹੁਤਾ ਹੈ, ਉਹਨਾਂ ਦੇ ਪਾਸ ਦਲ ਥੋੜਾ ਹੈ। ਅਪਰ ਸਮਾਜ ਸੰਚਲੇ ਸਾਰੋ, ਔਰ ਹੁਣ ਤਾਂ ਥੋੜਾ ਹੈ ਸਾਜੋ ਸਮਾਜ, ਹਥਿਆਰ, ਘੋੜੇ ਆਦਿਕ, ਮੁੜ ਕੇ ਸਭ ਕੁਝ ਇਕੱਠਾ ਕਰ ਲੈਣਗੇ। ਆਗੇ ਮਾਰਿਓ ਮੁਗਲ ਸਖਾਨ, ਅੱਗੇ ਹੀ ਮੁਗਲਸ ਖਾਨ ਸੈਨਾਪਤੀ ਨੂੰ ਮਾਰਿਆ, 7000 ਤੁਰਕ ਸੈਨਾ ਦਾ ਵਿਨਾਸ਼ ਕੀਤਾ। ਔਚਕ ਚਲੋ ਗਹੋ ਜੁਤ ਪ੍ਰਾਨ, ਇਹ ਸੂਬਾ ਜੀ ਅਚਾਨਕ ਚੱਲ ਕਰਕੇ
ਔਰ ਉਹਨਾਂ ਨੂੰ ਫੜ ਕੇ ਉਹਨਾਂ ਦਾ ਪ੍ਰਾਣ ਨਾਸ਼ ਕਰੋ। ਲੜ੍ਹੇ ਅਗਾਰੀ ਤੋ ਦਿਓ ਮਾਰ, ਜੇ ਅੱਗੋਂ ਆ ਕੇ ਅੜਨਗੇ ਲੜਾਈ ਕਰਨਗੇ ਤੇ ਮਾਰ ਦੇਣਾ ਕਰੋ। ਹਜਰਤ ਹੋਏ ਪ੍ਰਸੰਨ ਉਦਾਰ, ਤੇ ਹਜ਼ਰਤ ਸ਼ਾਹਜਹਾਂ ਬਾਦਸ਼ਾਹ ਤੁਹਾਡੇ ਉੱਪਰ ਬਹੁਤ ਪ੍ਰਸੰਨ ਹੋਵੇਗਾ। ਸੀਨੋ ਬਾਜ ਆਪ ਲੈ ਚਲੋ, ਔਰ ਗੁਰੂ ਸਾਹਿਬ ਜੀ ਪਾਸੋਂ ਸ਼ਾਹਜਹਾਂ ਦਾ ਬਾਜ ਫੜਿਆ ਹੋਇਆ ਖੋਹ ਕਰਕੇ ਔਰ ਲੈ ਕੇ ਚੱਲੋ ਸ਼ਾਹਜਹਾਂ ਦੇ ਪਾਸ। ਪਾਤ ਸਾਹੋ ਸੋ ਹਰਖਤ ਮਿਲੋ, ਔਰ ਪਾਤਸ਼ਾਹ ਦੇ ਨਾਲ ਖੁਸ਼ੀ ਦੇ ਨਾਲ ਮਿਲਣਾ ਕਰੋ ਬਾਜ ਲੈ ਕੇ। ਬਖਸ਼ੈ ਮਨ ਸਭ ਬਹੁਰ ਸਵਾਏ, ਹੁਣ ਨਾਲੋਂ ਦੁਗਣੀ ਚੌਗਣੀ ਮਨਸਬ ਮੁਰਾਤਬਾ ਬਖਸ਼ੇਗਾ ਸ਼ਾਹਜਹਾਂ ਬਾਦਸ਼ਾਹ। ਬਾਜ ਅਮੋਲਕ ਜਬ ਲਿਓ ਪਾਏ, ਜਦੋਂ ਅਮੋਲਕ ਬਾਜ ਵਿਦੇਸ਼ੀ ਬਾਜ ਬਾਦਸ਼ਾਹ ਸ਼ਾਹਜਹਾਂ ਪਾਵੇਗਾ ਤੇ ਬਹੁਤ ਪ੍ਰਸੰਨ ਹੋਵੇਗਾ। ਤੋ ਟਿਗੇ ਲਸਕਰ ਹੈ ਅਬ ਭਾਰਾ, ਔਰ ਤੁਹਾਡੇ ਕੋਲ ਬਹੁਤ ਗਿਣਤੀ ਵਿੱਚ ਦਲ ਬਲ ਹੈ, ਬਹੁਤ ਸਾਰੀ ਤੁਰਕ ਸੈਨਾ ਹੈ। ਲਿਓ ਫਤਿਹ ਮੈਦਾਨ ਮਜਾਰਾ, ਮੈਦਾਨ ਵਿੱਚ ਰਣ ਭੂਮੀ ਵਿੱਚ ਫਤਿਹ ਪ੍ਰਾਪਤ ਕਰੋ। ਹਰ ਗੋਬਿੰਦ ਕੋ ਜੇ ਗਹਿ ਲੈ, ਜੇ ਤੁਸੀਂ ਛਲ ਬਲ ਦੇ ਨਾਲ ਦਲ ਬਲ ਦੇ ਨਾਲ ਜੇ ਹਰਗੋਬਿੰਦ ਸਾਹਿਬ ਜੀ ਨੂੰ ਫੜ ਲੈਂਦੇ ਹੋ, ਵੱਡੋ ਮਰਾਤਬ ਹਜਰਤ ਦੈ, ਤੁਹਾਨੂੰ ਹਜ਼ਰਤ ਸ਼ਾਹਜਹਾਂ ਬਾਦਸ਼ਾਹ ਵੱਡਾ ਮੁਰਾਤਬਾ ਦੇਵੇਗਾ। ਦੁਸ਼ਮਨ ਸ਼ਾਹਜਹਾਂ ਕੋ ਭਾਰੋ, ਔਰ ਗੁਰੂ ਸਾਹਿਬ ਜੀ ਹਰਗੋਬਿੰਦ ਸਾਹਿਬ ਜੀ ਸ਼ਾਹਜਹਾਂ ਬਾਦਸ਼ਾਹ ਦਾ ਬਹੁਤ ਭਾਰੇ ਦੁਸ਼ਮਨ ਹਨ। ਸੁਧਰੈ ਸਭ ਕਾਰਜ ਜਬ ਮਾਰੋ, ਜਦੋਂ ਗੁਰੂ ਸਾਹਿਬ ਜੀ ਨੂੰ ਮਾਰੋਗੇ ਤੁਹਾਡਾ ਸਾਰਾ ਕੰਮ ਸੁਧਰ ਜਾਵੇਗਾ, ਸ਼ਾਹਜਹਾਂ ਬਾਦਸ਼ਾਹ ਦਾ ਵੀ ਤੇ ਤੁਹਾਡਾ ਵੀ। ਅਬਦੁਲ ਖਾਨ ਕਾਨ ਸਭ ਸੁਨ ਕੇ, ਜਲੰਧਰ ਦਾ ਸੂਬਾ ਅਬਦੁਲ ਖਾਨ ਕੰਨੀ ਦੋਹਾਂ ਦੀ ਗੱਲ ਸੁਣ ਕੇ, ਹਾਨ ਲਾਵਨੀ ਕੇ ਮਨ ਗੁਣ ਕੈ, ਹਾਨ ਲਾਭ ਸਭ ਮਨ ਵਿੱਚ ਚੰਗੀ ਤਰ੍ਹਾਂ ਵਿਚਾਰ ਕੇ, ਨਿਸ਼ਚੈ ਕੀਨ ਗੁਰੂ ਕੋ ਗਹੋ, ਨਿਸ਼ਚਾ ਕੀਤਾ ਨਿਰਣਾ ਕੀਤਾ, ਹਾਨ ਲਾਭ ਨਫਾ ਨੁਕਸਾਨ ਸਭ ਸੋਚ ਵਿਚਾਰ ਕੇ ਕਿ ਗੁਰੂ ਸਾਹਿਬ ਜੀ ਨੂੰ ਨਿਸ਼ਚੈ ਹੀ ਫੜਨਾ ਚਾਹੀਦਾ ਹੈ। ਹਜਰਤ ਕੇ ਪ੍ਰਸੰਨਤਾ ਲਹੋ, ਜਦੋਂ ਫੜ ਕੇ ਗੁਰੂ ਸਾਹਿਬ ਜੀ ਨੂੰ ਪੇਸ਼ ਕਰਾਂਗਾ ਬਾਜ ਦੇ ਸਹਿਤ ਤਾਂ ਬਾਦਸ਼ਾਹ ਸ਼ਾਹਜਹਾਂ ਦੀ ਪ੍ਰਸੰਨਤਾ ਹੋਵੇਗੀ, ਮੈਂ ਪ੍ਰਸੰਨਤਾ ਲਵਾਂਗਾ ਬਾਦਸ਼ਾਹ ਦੀ। ਹਰ ਮਮ ਸਖਾ ਕਾਜ ਇਹ ਆਇਓ, ਅਤੇ ਮੇਰਾ ਸਖਾ ਜਿਹੜਾ ਮਿੱਤਰ ਇਹ ਕੰਮ ਆਵੇਗਾ। ਕਰੋ ਭਲੋ ਚੱਲ ਕੇ ਮਨ ਪਾਇਓ, ਮਨ ਭਾਉਂਦੀ ਗੱਲ ਕਰਾਂਗੇ ਹੁਣ ਚੱਲ ਕਰਕੇ। ਲੈ ਕਰ ਬਾਜ ਮਿਲੋ ਅਵਸਾਹੂ, ਔਰ ਜੇਕਰ ਬਾਜ ਲੈ ਕੇ ਬਾਦਸ਼ਾਹ ਦਾ ਬਾਜ ਲੈ ਕੇ ਬਾਦਸ਼ਾਹ ਸ਼ਾਹਜਹਾਂ ਨੂੰ ਮਿਲਾਂਗਾ, ਪਾਵੋ ਵੱਡੇ ਮਨ ਸਭ ਤਿਸ ਪਾਉ, ਉਸ ਸ਼ਾਹਜਹਾਂ ਬਾਦਸ਼ਾਹ ਦੇ ਪਾਸੋਂ ਜੋ ਸਾਰੇ ਮੁਲਕਾਂ ਦਾ ਪਾਤਸ਼ਾਹ ਹੈ ਉਹਦੇ ਪਾਸੋਂ ਵੱਡਾ ਮੁਰਾਤਬਾ ਪਾਵਾਂਗਾ। ਆਉ ਚੱਕ ਫਤਿਹ ਮੋਹੇ ਕੋ ਪਾਈ, ਖੁਦਾ ਨੇ ਅਚਾਨਕ ਮੇਰੀ ਝੋਲੀ ਵਿੱਚ ਫਤਿਹ ਪਾਈ ਹੈ। ਖੁਦਾ ਨੇ ਕਿਉਂ ਨਾ ਲਿਓ ਮੈਂ ਅਲਪ ਲੜਾਈ, ਥੋੜੀ ਲੜਾਈ ਕਰਕੇ ਔਰ ਥੋੜਾ ਜਿਹਾ ਜੰਗ ਕਰਕੇ ਮੈਂ ਫਤਿਹ ਪ੍ਰਾਪਤ ਕਰ ਸਕਦਾ। ਖੁਦਾ ਦੀ ਵੀ ਇਹੀ ਮਰਜ਼ੀ ਹੈ। ਨਿਜ ਸਪੀ ਸਮੀਪ ਕੋ ਬੂਜਨ ਕਰੇ, ਆਪਣੇ ਨਿਕਟਵਰਤੀਆਂ ਨੂੰ ਪੁੱਛਣ ਲੱਗਿਆ ਅਬਦੁਲ ਖਾਨ ਸੂਬਾ, ਸਭਨ ਕਯੋ ਅਬ ਕਿਆ ਗੁਰ ਲਰੇ, ਔਰ ਸਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਗੁਰੂ ਸਾਹਿਬ ਜੀ ਹੁਣ ਕਿਵੇਂ ਲੜਨਗੇ, ਕਿਵੇਂ ਲੜ ਸਕਦੇ ਆ। ਨਾ ਉਹਨਾਂ ਦੇ ਪਾਸ ਘੋੜੇ ਹਨ, ਨਾ ਹਥਿਆਰ ਹੈ, ਨਾ ਸਿੱਖ ਸੈਨਾ ਹੈ। ਉਤੇ ਸਿੱਖ ਬਪੁਰੇ ਕੁਝ ਸੰਗ, ਕੁਝ ਵਿਚਾਰੇ ਸਿੱਖ ਜਿਨ੍ਹਾਂ ਨੂੰ ਹਥਿਆਰ ਵੀ ਫੜਨਾ ਨਹੀਂ ਸੀ ਆਉਂਦਾ, ਜੋ ਹਥਿਆਰ ਚਲਾਉਣਾ ਨਹੀਂ ਸਨ ਜਾਣਦੇ, ਐਸੇ ਗਵਾਰ ਜਿਹੜੇ ਮੂਰਖ ਸਿੱਖ ਇਕੱਠੇ ਕੀਤੇ ਹੋਏ ਸਨ ਉਹ ਤਾਂ ਰਹੇ ਨਹੀਂ। ਹਤੇ ਗਏ ਸੋ ਕੀ ਨਸ ਜੰਗ, ਜੰਗ ਕਰਦਿਆਂ ਉਹ ਸਾਰੇ ਮਾਰੇ ਗਏ। ਦਈ ਖੁਦਾਏ ਤੋਹੇ ਵਡਿਆਈ, ਔਰ ਖੁਦਾ ਨੇ ਤੁਹਾਨੂੰ ਵਡਿਆਈ ਦਿੱਤੀ ਹੈ। ਆਵੇ ਆਓ ਚੱਕ ਵਿਦਿਆਨ ਬਣਾਈ, ਔਰ ਪਹਿਲਾਂ ਇਹ ਦੋਨੇ ਕਹਿ ਰਹੇ ਹਨ ਖੁਦਾ ਨੇ ਪਹਿਲਾਂ ਵਡਿਆਈ ਦਿੱਤੀ ਹੈ, ਹੁਣ ਅਚਾਨਕ ਤੁਹਾਡੀ ਝੋਲੀ ਵਿੱਚ ਖੁਦਾ
ਵਿਜੈ ਪਾ ਰਿਹਾ ਹੈ, ਫਤਿਹ ਪਾ ਰਿਹਾ ਹੈ। ਦੁਸ਼ਮਨ ਹਜਰਤ ਕੋ ਅਤ ਲਹ ਆਹੈ। ਇਹ ਹਜ਼ਰਤ ਸ਼ਾਹਜਹਾਂ ਬਾਦਸ਼ਾਹ ਦਾ ਵੱਡਾ ਭਾਰੀ ਦੁਸ਼ਮਨ ਹੈ। ਕਰੇ ਸੰਘਾਰਨ ਕੈ ਤਿਸ ਗਹਿ। ਜਾਂ ਉਸ ਗੁਰੂ ਸਾਹਿਬ ਜੀ ਨੂੰ ਫੜ ਲਓ ਜਾਂ ਸੰਘਾਰ ਕਰ ਦਿਓ, ਰਣ ਭੂਮੀ ਵਿੱਚ ਮਾਰ ਦਿਓ। ਕਿਉ ਨ ਪ੍ਰਸੰਨ ਸਾਹੋ ਤਬ ਹੋਏ। ਤੇ ਬਾਦਸ਼ਾਹ ਸ਼ਾਹਜਹਾਂ ਇਹ ਗੱਲ ਸੁਣ ਕਰਕੇ ਕਿਉਂ ਨਹੀਂ ਪ੍ਰਸੰਨ ਹੋਵੇਗਾ। ਤੁਝ ਕੋ ਹੈ ਸੁਖੀ ਨਿਅਬ ਸੋਏ। ਐ ਸੂਬਾ ਜੀ ਤੁਹਾਡੇ ਵਾਸਤੇ ਹੁਣ ਸੁਖੈਨ ਹੀ ਹੈ, ਹੁਣ ਬਹੁਤ ਸੌਖਾ ਕੰਮ ਹੈ। ਹੁਣ ਥੋੜੀ ਜੀ ਲੜਾਈ ਕਰਕੇ ਫੜਨਾ ਜਾਂ ਮਾਰਨਾ ਇਹ ਸੁਖੈਨ ਹੈ। ਕਿਉ ਬੂਝੋ ਚੜੀਐ ਅਬ ਤੂਰਨ। ਹੁਣ ਕੀ ਸਲਾਹ ਕਰਦੇ ਹੋ, ਕੀ ਪੁੱਛਦੇ ਹੋ? ਹੁਣ ਛੇਤੀ ਕਰੋ, ਚੜ੍ਹਾਈ ਕਰੋ। ਲਿਓ ਵਿਜੈ ਹੋਏ ਕਾਜ ਸੰਪੂਰਨ। ਵਿਜੈ ਪ੍ਰਾਪਤ ਕਰੋ, ਕੰਮ ਪੂਰਾ ਕਰੋ। ਸੁਨ ਮਸਲਤ ਕੋ ਨਿਜ ਸਾਥੀਨ। ਔਰ ਆਪਣੇ ਸਾਥੀਆਂ ਦੀ ਸਲਾਹ ਸੁਣ ਕਰਕੇ ਅਬਦੁਲ ਖਾਂ ਸੂਬਾ ਹਰ ਕਿਉ ਗਰਵਤ ਆਗਿਆ ਦੀਨ। ਬੜਾ ਪ੍ਰਸੰਨ ਹੋਇਆ ਸੁਣ ਕਰਕੇ, ਸਲਾਹ ਪੱਕੀ ਹੋ ਗਈ ਸੁਣ ਕੇ ਬੜਾ ਪ੍ਰਸੰਨ ਹੋਇਆ, ਸੁਣ ਕਰਕੇ ਆਗਿਆ ਦਿੱਤੀ। ਚੜਨ ਹੇਤ ਦੁੰਦਵ ਬਜਵਾਇਓ। ਚੜ੍ਹਾਈ ਕਰਨ ਵਾਸਤੇ ਨਗਾੜੇ ਬਜਵਾਏ। ਗੁਲਕਾਂ ਬਹੁ ਬਰੁਦ ਬਰਤਾਇਓ। ਗੋਲੀਆਂ ਬਾਰੂਦ ਸਭ ਵਰਤਾਉਣਾ ਕੀਤਾ ਤੁਰਕ ਸੈਨਾ ਵਿੱਚ। ਜੋ ਜਿਸ ਚਾਹੀਐ ਸੋ ਸਭ ਦੀਜੈ। ਜੋ ਚੀਜ਼ ਜਿਸ ਨੂੰ ਚਾਹੀਦੀ ਸੀ ਉਹ ਸਭ ਚੀਜ਼ਾਂ ਗੋਲੀਆਂ ਬਾਰੂਦ ਆਦਿਕ ਵਰਤਾਈਆਂ। ਸੈਨਾ ਸਰਬ ਤਿਆਰ ਕਰ ਲੀਜੈ। ਸਾਰੀ ਤੁਰਕ ਸੈਨਾ ਤਿਆਰ ਕਰ ਲਓ, ਸੈਨਾਪਤੀਆਂ ਨੂੰ ਆਦੇਸ਼ ਦਿੱਤਾ। ਇਤਿ ਉਤ ਮਾਨਵ ਸਿਗਰ ਪਲਾਏ। ਇੱਧਰ ਉੱਧਰ ਬੰਦੇ ਕਹਿ ਕੇ ਭੇਜੇ ਇਤ ਤਿਆਰੇ ਦੁੰਦਵ ਬਜਵਾਏ। ਔਰ ਤਿਆਰੀ ਕਰਨ ਵਾਸਤੇ ਤੁਰਕ ਸੈਨਾ ਨੂੰ ਤਿਆਰ ਹੋਣ ਵਾਸਤੇ ਨਗਾੜਾ ਵਜਵਾਇਆ। ਸੈਨਾਪਤ ਸਭ ਨਿਕਟ ਹਕਾਰੇ। ਸਾਰੇ ਮੁਖੀ ਸੈਨਾਪਤੀ ਜਿਹੜੇ ਸਨ ਤੁਰਕ ਸੈਨਾਪਤੀ ਉਹਨੂੰ ਕੋਲ ਸੱਦਿਆ ਅਬਦੁਲ ਖਾਂ ਸੂਬੇ ਨੇ। ਸਨਮਾਨਤ ਮਿਰਦ ਬਾਕ ਉਚਾਰੇ। ਔਰ ਬਹੁਤ ਸਮਝਾ ਕਰਕੇ ਕਿਹਾ, ਸਨਮਾਨ ਕਰਦਿਆਂ ਕੋਮਲ ਬਚਨ ਕਹੇ ਸੂਬੇ ਨੇ। ਸ਼ਸਤਰ ਬਸਤਰ ਬਖਸੇ ਸਮੁਦਾਏ। ਸਾਰੇ ਤੁਰਕ ਸੈਨਾ ਨੂੰ ਬਸਤਰ ਸ਼ਸਤਰ ਬਖਸ਼ੇ। ਚੜੋ ਸਕਲ ਹੀ ਬਿਲਮ ਭੁਲਾਏ। ਦੇਰੀ ਨੂੰ ਭੁਲਾ ਕਰਕੇ ਬਿਨਾਂ ਦੇਰੀ ਤੋਂ ਚੜ ਕੇ ਔਰ ਆਪੋ ਆਪਣੇ ਵਾਹਨਾਂ ਨੂੰ ਸਜਾ ਕੇ ਜੀਨ ਕਾਠੀਆਂ ਤਿਆਰ ਕਰਕੇ ਚੜ੍ਹਾਈ ਕਰੋ। ਤਰਕਸ ਤੋਮਰ ਧਨੁਕ ਸੰਭਾਰੇ। ਇਹ ਅਬਦੁਲ ਖਾਂ ਸੂਬੇ ਦਾ ਹੁਕਮ ਸੁਣ ਕੇ ਤੀਰ ਕਮਾਨ ਭੱਥਾ ਤੋਮਰ ਬਰਛਾ ਸਭ ਸਾਂਭ ਲਿਆ। ਤੁਪਕ ਤਮਾਚੇ ਗਜਬ ਗੁਜਾਰੇ। ਗਜਬ ਗੁਜ਼ਾਰਨ ਵਾਲੇ ਤਮੰਚੇ ਤੇ ਬੰਦੂਕਾਂ। ਗੁਲਕਾਂ ਗਨ ਬਰੂਦ ਮਨ ਭਾਈ। ਮਨ ਭਾਉਂਦੇ ਗੋਲੀਆਂ ਤੇ ਬਰੂਦ ਆਦਿਕ ਲੈ ਲੈ ਸੁਵਡ ਤਿਆਰ ਸਮੁਦਾਏ। ਸਾਰੇ ਸੂਰਮੇ ਲੈ ਕਰਕੇ ਤਿਆਰ ਹੋ ਗਏ। ਭਾਂਤ ਕੇ ਖੜਗ ਬਿਲੰਦੇ। ਤਰ੍ਹਾਂ ਤਰ੍ਹਾਂ ਦੇ ਖੜਗ, ਬੜੇ ਤਿੱਖੇ ਖੜਗ ਵੀ ਲੈ। ਮੁਸਟਨ ਲਿਪ ਚਾਮੀ ਕਰ ਬ੍ਰਿੰਦੇ। ਜਿਨ੍ਹਾਂ ਖੜਗ ਦੀਆਂ ਮੁੱਠਾਂ ਸੋਨੇ ਦੀਆਂ ਹਨ, ਹੀਰੇ ਜੜੇ ਹੋਏ ਹਨ। ਬਹੁਤ ਮੋਲ ਕੇ ਸਿਪਰ ਸੰਭਾਰੀ। ਬਹੁਤ ਕੀਮਤੀ ਬੜਮੁੱਲਾ ਢਾਲ ਵੀ ਸਜਾ ਲਈ। ਆਇਓ ਸਨਦ ਬਦ ਦਲ ਭਾਰੀ। ਭਾਰੀ ਦਲ ਸਨਦ ਬਦ ਤਿਆਰ ਬਰ ਤਿਆਰ ਹੋ ਗਿਆ। ਸਾਰੀ ਤੁਰਕ ਸੈਨਾ ਤਿਆਰ ਹੋ ਗਈ ਆਪਣੇ ਸੂਬੇ ਅਬਦੁਲ ਖਾਂ ਦਾ ਹੁਕਮ ਸੁਣ ਕੇ। ਔਰ ਜਿਹਨੂੰ ਗੋਲੀਆਂ ਚਾਹੀਦੀਆਂ ਸਨ, ਗੋਲੀਆਂ ਬਾਰੂਦ ਤੋਮਰ ਤਮੰਚੇ ਸਭ ਕੁਝ ਲੈ ਕਰਕੇ ਸਭ ਤਿਆਰ ਬਰ ਤਿਆਰ ਹੋ ਗਏ। ਸੋ ਸਾਧ ਸੰਗਤ ਜੀ ਇੱਥੇ ਸਮਾਂ ਸਮਾਪਤ ਹੈ। ਕਥਾ ਵਿਰਾਮ ਤੇ ਆ ਗਈ। ਅਗਲੀ ਕਥਾ ਅਗਲੇ ਪ੍ਰਕਰਨ ਅੰਦਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ 2 ਮਿੰਟ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਸਮਾਪਤੀ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਊਠਤ ਬੈਠਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਉੜਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਵਾਹਿਗੁਰੂ ਗੁਰੂ ਮੰਤਰ ਨੂੰ ਚੇਤੇ ਕਰਨਾ ਚਾਹੀਦਾ, ਯਾਦ ਕਰਨਾ ਚਾਹੀਦਾ, ਜਪਣਾ ਚਾਹੀਦਾ। ਸੋ ਆਓ ਸਾਰੇ ਰਲ ਮਿਲ ਕੇ ਜਾਪ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਰ ਹਰ ਨਾਮ ਜਪੰਤਿਆਂ ਕਛ ਨ ਕਹਿ ਜਮਕਾਲ ਨਾਨਕ ਮੰਤਨ ਸੁਖੀ ਹੋਵੇ ਅੰਤੇ ਮਿਲੇ ਗੋਪਾਲ ਭਾਂਤ ਭਾਂਤ ਕੇ ਖੜਗ ਬਿਲੰਦੇ ਮੁਸਟਨ ਲਿਪ ਚਾਮੀ ਕਰ ਬ੍ਰਿੰਦੇ ਬਹੁਤ ਮੋਲ ਕੇ ਸਿਪਰ ਸੰਭਾਰੀ ਪਾਇਓ ਸਨਦ ਬਦ ਦਲ ਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।